स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਏਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ ਬੀਐਸਐਫ ਦੇ ਅਧਿਕਾਰ ਖੇਤਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਹਲਚਲ ਮਚ ਗਈ। ਪੰਜਾਬ ਅੱਧਾ ਕੇਂਦਰ ਦੇ ਹਵਾਲੇ ਕਰ ਆਏ। ਇਹ ਕਿਸੇ ਹੋਰ ਨੇ ਨਹੀਂ ਕਿਹਾ, ਇਹ ਕਾਂਗਰਸ ਦੇ ਹੀ ਇੱਕ ਸੀਨੀਅਰ ਆਗੂ ਨੇ ਚਰਨਜੀਤ ਚੰਨੀ ਹੋਰਾਂ ਲਈ ਕਿਹਾ ਕਿ ਮੰਗਣ ਤੋਂ ਪਹਿਲਾਂ ਖੁਦ ਸੋਚਿਆ ਕਰੋ ਕਿ ਤੁਸੀਂ ਮੰਗਣ ਕੀ ਜਾ ਰਹੇ ਹੋ। ਤੁਸੀਂ ਆਪਣੇ ਹੱਥੀ ਅੱਧਾ ਪੰਜਾਬ ਹੈ ਜਿਹੜਾ ਕੇਂਦਰ ਸਰਕਾਰ ਨੂੰ ਸੌਂਪ ਆਏ ਹੋ। ਇਹਦੇ ਮਾਇਨੇ ਬਹੁਤ ਵੱਡੇ ਨੇ, ਇਹਦੇ ਮਤਲਬ ਬਹੁਤ ਦੂਰ ਤੱਕ ਨਿਕਲਦੇ ਨੇ। ਜੇਕਰ ਇਸ ਪੂਰੀ ਲਾਈਨ ਨੂੰ ਗੰਭੀਰਤਾ ਨਾਲ ਸੋਚੋਗੇ ਕਿ ਤੁਸੀਂ ਮੰਗਣ ਤੋਂ ਪਹਿਲਾਂ ਜ਼ਰੂਰ ਸੋਚੋ ਕਿ ਤੁਸੀਂ ਮੰਗਣ ਕੀ ਜਾ ਰਹੇ ਹੋ। ਦਰਅਸਲ ਕੇਂਦਰ ਸਰਕਾਰ ਨੇ ਬੀਐਸਐਫ ਦਾ ਦਾਇਰਾ ਵਧਾਇਆ, ਜਿਸ ਦੇ ਵਿੱਚ ਕੱਲਾ ਪੰਜਾਬ ਨਹੀਂ ਕਈ ਹੋਰ ਸੂਬਿਆਂ ਦੇ ਵਿੱਚ ਵੀ ਇਹ ਰੂਲ ਲਾਗੂ ਕੀਤਾ ਗਿਆ ਕਿ ਜਿਹੜਾ 15 ਕਿਲੋਮੀਟਰ ਦਾ ਦਾਇਰਾ ਸੀਗਾ ਬੀਐਸਐਫ ਦਾ, ਉਸ ਨੂੰ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਯਾਨੀ ਕਿ ਜਿਹੜੀਆਂ ਤਾਕਤਾਂ ਬੀਐਸਐਫ ਨੂੰ 15 ਕਿਲੋਮੀਟਰ ਦੇ ਅੰਦਰ ਦਿੱਤੀਆਂ ਗਈਆਂ ਸੀ, ਉਹਨਾਂ ਤਾਕਤਾਂ ਦੇ ਵਿੱਚ ਵਾਧਾ ਕਰਦੇ ਹੋਏ ਉਸ ਨੂੰ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ, ਜਿਸ ਦੇ ਵਿੱਚ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਪੁੱਛ ਗਿੱਛ ਕਰ ਸਕਦੇ ਹੋ, ਤਲਾਸ਼ੀ ਲੈ ਸਕਦੇ ਹੋ, FIR ਤੱਕ ਦਰਜ ਕਰ ਸਕਦੇ ਹੋ। ਇਹ ਸਾਰੀਆਂ ਧਾਰਾਵਾਂ ਨੇ ਜਿਹੜੀਆਂ, ਇਹ ਸਾਰੀਆਂ ਤਾਕਤਾਂ ਨੇ ਜਿਹੜੀਆਂ ਉਹ ਬੀਐਸਐਫ ਨੂੰ ਦਿੱਤੀਆਂ ਗਿਆ। ਇਹਦੇ ਪਿੱਛੇ ਲੌਜਿਕ ਕੀ ਦਿੱਤਾ ਜਾ ਰਿਹਾ ਕੇਂਦਰ ਵੱਲੋਂ? ਇਹ ਲੌਜਿਕ ਦਿੱਤਾ ਜਾ ਰਿਹਾ ਲਗਾਤਾਰ ਸਮਗਲਿੰਗ ਹੋ ਰਹੀ ਹੈ, ਤਸਕਰੀ ਹੋ ਰਹੀ ਹੈ, ਹਥਿਆਰ ਆ ਰਹੇ ਨੇ, ਡਰੱਗਸ ਆ ਰਹੇ ਨੇ, ਉਹਨਾਂ ਨੂੰ ਨਕੇਲ ਕੱਸਣ ਲਈ, ਉਹਨਾਂ ਤੇ ਸਖਤੀ ਕਰਨ ਦੇ ਲਈ ਬੀਐਸਐਫ ਦਾ ਦਾਇਰਾ ਇਸ ਕਰਕੇ ਵਧਾਇਆ ਗਿਆ, 15 ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ। ਹਾਲਾਂਕਿ ਜੇਕਰ ਤੁਸੀਂ ਇਸ ਰੇਡੀਅਸ ਨੂੰ ਚੈੱਕ ਕਰੋ ਤਾਂ ਲਗਭਗ 500 ਤੋਂ ਵੱਧ ਕਿਲੋਮੀਟਰ ਜਿਹੜਾ ਉਹ ਏਰੀਆ ਬਣਦਾ ਹੈਗਾ ਪੂਰਾ ਇਹ ਬਾਰਡਰ ਬੈਲਟ ਦਾ। ਔਰ ਜੇਕਰ ਤੁਸੀਂ 50 ਕਿਲੋਮੀਟਰ ਦੇ ਰੇਡੀਅਸ ਨੂੰ ਚੈੱਕ ਕਰੋਗੇ ਤਾਂ ਲਗਭਗ ਅੱਧਾ ਪੰਜਾਬ ਹੈ ਜਿਹੜਾ ਉਹ ਪੂਰਾ ਬੀਐਸਐਫ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੇ ਕਈ ਤਰ੍ਹਾਂ ਦੇ ਸਵਾਲ, ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਜਾ ਰਹੇ ਨੇ। ਪੋਲੀਟੀਕਲ ਪਾਰਟੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਕਹੀ ਜਾ ਰਹੀ ਹੈ ਕਿ ਸੂਬਾ ਸਰਕਾਰਾਂ ਦੇ ਸੰਘੀ ਹੱਕਾਂ ਤੇ ਇਹ ਡਾਕਾ ਹੈਗਾ। ਇਹ ਅਧਿਕਾਰ ਖੇਤਰ, ਲਾਅ ਐਂਡ ਆਰਡਰ ਅਧਿਕਾਰ ਖੇਤਰ ਹੈ ਸੂਬਾ ਸਰਕਾਰ ਦਾ, ਪਰ ਉਸ ਦੇ ਵਿੱਚ ਵੀ ਇੰਟਰਫੇਰੈਂਸ ਹੈ ਜਿਹੜੀ ਉਹ ਕੇਂਦਰ ਸਰਕਾਰ ਕਰ ਰਹੀ ਹੈ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ। ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਮੈਪ ਤਿਆਰ ਕੀਤਾ, ਉਸ ਮੈਪ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸੁਣਨ ਦੇ ਵਿੱਚ ਭਾਵੇਂ ਤੁਹਾਨੂੰ ਥੋੜ੍ਹਾ ਜਿਹਾ ਲੱਗੇ ਕਿ 15 ਤੋਂ 50 ਕਿਲੋਮੀਟਰ ਕੀਤਾ, ਕੋਈ ਖਾਸ ਫਰਕ ਨਹੀਂ ਪੈਣ ਵਾਲਾ। ਜਦੋਂ ਗੰਭੀਰਤਾ ਦੇ ਨਾਲ, ਜਦੋਂ ਸੂਖਮ ਦ੍ਰਿਸ਼ਟੀ ਨਾਲ ਜਦੋਂ ਤੁਸੀਂ ਇਹ ਚੀਜ਼ਾਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸ਼ਾਇਦ ਤੁਹਾਡਾ ਸ਼ਹਿਰ ਵੀ ਉਸੇ ਅਧੀਨ ਆਉਂਦਾ ਹੋਵੇ। ਸਭ ਤੋਂ ਪਹਿਲਾਂ ਅੰਮ੍ਰਿਤਸਰ ਬਾਰਡਰ ਤੁਹਾਨੂੰ ਦਿਖਾਣੇ। ਅੰਮ੍ਰਿਤਸਰ ਬਾਰਡਰ ਅਟਾਰੀ, ਅੰਮ੍ਰਿਤਸਰ ਸ਼ਹਿਰ, ਰਾਜਾਸਾਂਸੀ, ਅਜਨਾਲਾ, ਮਜੀਠਾ, ਚਬਾਲ, ਰਮਦਾਸ, ਤਰਨਤਾਰਨ ਤੱਕ ਦਾ ਏਰੀਆ। ਜੇਕਰ 50 ਕਿਲੋਮੀਟਰ ਦੀ ਇੱਕ ਲਾਈਨ ਖਿੱਚੀ ਜਾਂਦੀ ਹੈ, ਬਾਰਡਰ ਤੋਂ ਲੈ ਕੇ 50 ਕਿਲੋਮੀਟਰ ਰੇਡੀਅਸ ਦੀ ਇੱਕ ਲਾਈਨ ਖਿੱਚੀ ਜਾਂਦੀ ਹੈ, ਤਾਂ ਉਸ ਪੂਰੇ ਏਰੀਏ ਦੇ ਵਿੱਚ ਸਾਰੇ ਸ਼ਹਿਰ ਆ ਜਾਂਦੇ ਨੇ। ਫਿਰੋਜ਼ਪੁਰ ਬਾਰਡਰ ਦੀ ਗੱਲ ਕਰਦੇ ਹਾਂ ਤਾਂ ਫਿਰੋਜ਼ਪੁਰ ਸ਼ਹਿਰ, ਜੀਰਾ, ਗੁਰੂ ਹਰਸਹਾਏ, ਮੁਦਕੀ, ਮਮਦੋਟ, ਮਖੂ, ਤਲਵੰਡੀ ਭਾਈ, ਇਹ ਸਾਰੀਆਂ ਚੀਜ਼ਾਂ ਨੇ ਜਿਹੜੇ, ਇਹ ਸਾਰੇ ਇਲਾਕੇ ਜਿਹੜੇ ਸ਼ਹਿਰ ਨੇ ਇਹ 50 ਕਿਲੋਮੀਟਰ ਏਰੀਏ ਦੇ ਵਿੱਚ ਆ ਜਾਂਦੇ ਨੇ। ਗੁਰਦਾਸਪੁਰ ਬਾਰਡਰ ਤੋਂ ਜੇ ਗੱਲ ਕੀਤੀ ਜਾਵੇ, ਗੁਰਦਾਸਪੁਰ ਸ਼ਹਿਰ ਆ ਜਾਂਦਾ, ਦੀਨਾਨਗਰ, ਮਕੋੜਾ ਪੱਤਣ, ਬਹਿਰਾਮਪੁਰ, ਬਟਾਲਾ, ਕਰਤਾਰਪੁਰ, ਧਾਰੀਵਾਲ, ਡੇਰਾ ਬਾਬਾ ਨਾਨਕ ਤੱਕ ਇਹ ਪੂਰੀ ਲਾਈਨ ਹੈ ਜਿਹੜੀ ਇਹ 50 ਕਿਲੋਮੀਟਰ ਰੇਡੀਅਸ ਦੀ ਪੂਰੀ ਬਣ ਜਾਂਦੀ ਹੈ। ਪਠਾਨਕੋਟ ਬਾਰਡਰ ਤੋਂ ਜੇ ਸ਼ੁਰੂ ਕਰੋਗੇ, ਸਕੋਲ, ਬਮਿਆਲ ਸੈਕਟਰ, ਸੁੰਦਰਚੱਕ ਸੈਕਟਰ, ਮਲਕਪੁਰ ਸੈਕਟਰ, ਪਠਾਨਕੋਟ ਸ਼ਹਿਰ, ਜੁਗਿਆਲ ਤੇ ਧਾਰਕਲਾਂ, ਇਹ ਵੀ ਏਰੀਆ ਜਿਹੜਾ 50 ਕਿਲੋਮੀਟਰ ਦਾ ਬਣਦਾ। ਯਾਨੀ ਕਿ ਜੋ ਗੱਲਾਂ ਵਾਰ-ਵਾਰ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਅੱਧਾ ਪੰਜਾਬ ਤੁਸੀਂ ਬੀਐਸਐਫ ਦੇ ਹਵਾਲੇ ਕਰ ਰਹੇ ਹੋ, ਹੁਣ ਸਵਾਲ ਇਹ ਖੜਾ ਹੁੰਦਾ ਕਿ ਇਹਦੇ ਨਾਲ ਪੰਜਾਬ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ। ਸਵਾਲ ਇਹ ਵੀ ਚੁੱਕੇ ਜਾ ਰਹੇ ਨੇ ਬੀਐਸਐਫ ਤੇ ਕਿ ਜਿਹੜੇ ਬੀਐਸਐਫ 15 ਕਿਲੋਮੀਟਰ ਇਹ ਸਾਰੀਆਂ ਚੀਜ਼ਾਂ ਨਹੀਂ ਰੋਕ ਪਾਈ, ਤਾਂ ਇਹਦੇ ਪਿੱਛੇ ਲੌਜਿਕ ਕੀ ਹੈ ਕਿ ਉਹਨਾਂ ਨੂੰ 50 ਕਿਲੋਮੀਟਰ ਦਾ ਏਰੀਆ ਦੇ ਦੇਵਾਂਗੇ ਤਾਂ ਇਹ ਸਭ ਕੁਝ ਰੁਕ ਜਾਏਗਾ। ਸਾਡੇ ਨਾਲ ਖਾਸ ਮਹਿਮਾਨ ਨੇ ਬ੍ਰਿਗੇਡੀਅਰ KS ਕਾਲੋਂ ਸਾਹਿਬ, ਪ੍ਰੈਜ਼ੀਡੈਂਟ ਨੇ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਦੇ। ਸਾਡੇ ਨਾਲ ਪਿਆਰ ਨਾਲ ਗਰਗ ਸਾਹਿਬ ਜੁੜੇ ਹੋਏ ਨੇ, ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ। ਗੁਰਵਿੰਦਰ ਸਿੰਘ ਬਾਲੀ ਸਾਹਿਬ ਬੁਲਾਰ ਨੇ ਪੰਜਾਬ ਕਾਂਗਰਸ ਦੇ। ਜੈਬੰਤ ਸਿੰਘ ਜੀ ਬੁਲਾਰ ਨੇ ਪੰਜਾਬ BJP ਦੇ। ਵਿਰਸਾ ਸਿੰਘ ਵਲਟੋਹਾ ਸਾਹਿਬ ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ। ਸਾਰੇ ਹੀ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ਼ੁਰੂਆਤ ਮੈਂ ਬ੍ਰਿਗੇਡੀਅਰ KS ਕਾਲੋਂ ਸਾਹਿਬ ਤੋਂ ਕਰਾਂਗਾ। ਕਾਲੋਂ ਸਾਹਿਬ, ਤੁਸੀਂ ਬੜੇ ਬਖੂਬੀ ਜਾਣਦੇ ਹੋ ਕਿ ਫੌਜ ਦਾ ਕੰਮ ਕਿਵੇਂ ਹੁੰਦਾ ਹੈ, BSF ਦਾ ਕੰਮ ਕਿਵੇਂ ਹੁੰਦਾ ਹੈ। ਜਿਹੜਾ ਇਹ ਫੈਸਲਾ ਕੀਤਾ ਗਿਆ, ਇਸ ਫੈਸਲੇ ਸੰਬੰਧੀ ਤੁਹਾਡੀ ਕੀ ਟਿੱਪਣੀ ਹੈ? ਕੀ ਇਹ ਫੈਸਲਾ ਠੀਕ ਹੈ? देखो BSF ਦੀ ਮੁੱਢਲੀ ਰਿਸਪੌਂਸਿਬਿਲਿਟੀ ਹੈ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਉੱਥੇ ਜਿਹੜੀ ਇਹਨਾਂ ਨੂੰ ਏਰੀਆ ਆਫ ਰਿਸਪੌਂਸਿਬਿਲਿਟੀ ਹੈ ਜੀ। ਉੱਥੇ ਜੈਸੇ ਕਿ ਸਾਡੇ ਸਾਹਮਣੇ ਪਾਕਿਸਤਾਨ ਜੀ, ਤਾਂ ਉਹਦੇ ਉੱਥੇ ਕੋਈ ਐਕਟੀਵਿਟੀ ਹੁੰਦੀ ਹੈ, ਕੋਈ ਹਰਕਤ ਹੁੰਦੀ ਹੈ, ਉੱਥੇ ਟਾਵਰਸ ਲੱਗੇ ਨੇ, ਉੱਥੋਂ ਕੋਈ ਐਲੀਮੈਂਟਸ ਇੱਧਰ ਨੂੰ ਆਉਂਦੇ ਨੇ, ਕੋਈ ਸਮਗਲਿੰਗ ਹੁੰਦੀ ਹੈ, ਕੋਈ ਡਰੋਨਸ ਆਉਂਦੇ ਨੇ, ਉਹਨਾਂ ਤੇ ਨਿਗਰਾਨੀ ਰੱਖਣਾ, ਉਹਨਾਂ ਨੂੰ ਚੈੱਕ ਕਰਨਾ। ਉਹਨਾਂ ਦਾ ਏਰੀਆ ਜਿਹੜਾ ਨਿਰਧਾਰਿਤ ਕੀਤਾ ਗਿਆ 15 ਕਿਲੋਮੀਟਰ ਕਿਉਂ ਕੀਤਾ ਗਿਆ ਸੀ? ਕਿਉਂਕਿ ਉਹਦੇ ਵਿੱਚ ਇਹਨਾਂ ਦੀਆਂ ਬਹੁਤ ਸਾਰੀਆਂ ਪੋਸਟ ਹੈਗੀਆਂ ਨੇ ਔਰ ਉੱਥੇ ਪੋਸਟ ਦੇ ਉੱਤੇ ਦੇਖ ਰੇਖ ਕਰਨੀ, ਉਸ ਇਲਾਕੇ ਦੀ ਛਾਨਬੀਨ ਕਰਨੀ, ਉਸ ਇਲਾਕੇ ਦੇ ਵਿੱਚ ਕੋਈ ਅਗਰ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਉਹਦੇ ਬਾਰੇ ਰਿਪੋਰਟ ਕਰਨਾ। ਮੈਂ
ਹਰਪ੍ਰੀਤ ਜੀ ਮੈਂ ਇਹਦੇ ਬਾਰੇ ਦੱਸਣਾ ਚਾਹਾਂਗਾ ਕਿ ਜਦੋਂ ਦੀਨਾਨਗਰ ਵਿਖੇ ਜਦੋਂ ਕਿ ਅੱਤਵਾਦੀ ਆ ਗਏ ਸੀਗੇ ਉਹ ਮੈਂ ਉਸ ਪਿੰਡ 'ਚ ਉਸ ਘਰ 'ਚ ਗਿਆ ਬਮਿਆਲ ਜਿੱਥੇ ਕਿ ਆ ਕੇ ਉਹ ਠਹਿਰੇ ਸੀਗੇ ਰਾਤ ਬਿਤਾਈ ਉਹਦੇ ਲਾਗੇ 50 ਗਜ ਦੀ ਦੂਰੀ ਤੇ BSF ਪੋਸਟ ਹੈ। ਉਦੋਂ ਬੜਾ ਰੌਲਾ ਪਿਆ ਕਿ BSF ਪੋਸਟ ਕੀ ਕਰ ਰਹੀ ਹੈ, ਚੈੱਕ ਨਹੀਂ ਕੀਤਾ। ਉਹ ਕਹਿੰਦੇ ਜੀ ਹੁਣ ਇਹ ਪੰਜਾਬ ਦੀ ਜ਼ਿੰਮੇਵਾਰੀ ਹੈ। ਦੇਖੋ ਨਾ, ਤੇ ਫਿਰ ਇਹ ਤੇ ਜੇ ਸਾਡੇ ਕੋਲ ਸਪੈਸੀਫਿਕੇਸ਼ਨ ਤੁਹਾਨੂੰ ਪਤਾ ਹੈਗਾ ਕਿ ਲਾਅ ਆਏ ਤਾਂ ਬਾਰਡਰ ਤੋਂ ਹੀ ਆ, ਉਹ ਲੋਕ ਆਏ ਤਾਂ ਬਾਰਡਰ ਤੋਂ ਹੀ ਆ ਨਾ, ਆਏ ਬਾਰਡਰ ਤੋਂ ਤੇ ਲਾਅ ਐਂਡ ਆਰਡਰ ਮੇਨਟੇਨ ਕਰਦੀ ਅਗਰ ਠੀਕ ਹੈ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਤੇ ਜੇ ਬਾਰਡਰ ਤੋਂ ਆਏ ਜੇ ਉਹਨਾਂ ਨਹੀਂ ਰੋਕ ਸਕੇ ਸਮਗਲਿੰਗ ਤੇ ਬੜੇ ਅਰਸੇ ਤੋਂ ਚੱਲ ਰਹੀ ਹੈ ਜਾਂ ਵੈਪਨ ਕਈ ਤਰੀਕੇ ਸੇ ਜੁੜੀ ਥੋੜਾ ਕਿ ਇੱਥੋਂ ਸਾਹਮਣੇ ਤੋਂ ਹੀ ਆਉਣ। ਜੰਮੂ ਕਸ਼ਮੀਰ ਹੈ, ਨੇਪਾਲ ਹੈ, ਹੋਰ ਰਸਤੇ ਨੇ ਤੇ ਫਿਰ ਸਿੰਥੈਟਿਕ ਜਿਹੜੇ ਬਣ ਰਹੇ ਨੇ ਨਸ਼ੇ ਉਹ ਤੇ ਸਿਰਫ ਬਾਕੀ ਤੁਹਾਨੂੰ ਇਹ ਲੌਜਿਕ ਠੀਕ ਨਹੀਂ ਨਜ਼ਰ ਆਉਂਦਾ? ਨਹੀਂ, ਬਿਲਕੁਲ ਠੀਕ ਨਹੀਂ ਨਜ਼ਰ ਆਉਂਦਾ। ਕਿਉਂ ਇਹਦਾ ਲੌਜਿਕ ਠੀਕ ਨਹੀਂ? ਕਿਉਂਕਿ 50 ਕਿਲੋਮੀਟਰ ਜਿੱਦਾਂ ਤੁਸੀਂ ਹੁਣ ਨਕਸ਼ੇ ਦਿਖਾਇਆ ਇਹ 'ਚ ਤੇ ਬਹੁਤ ਸਾਰੇ ਸ਼ਹਿਰ ਆਉਂਦੇ ਨੇ ਤੇ ਕਿੱਥੇ ਆ ਕੇ ਛੁਪਣ ਕਿਹਨੂੰ ਉਹ ਚੈੱਕ ਕਰਨਗੇ। ਜੇ ਚੈੱਕ ਕਰਕੇ ਉਹਨਾਂ ਕੋਲ ਤਾਕਤ ਕੀ ਹੈਗੀ ਹੈ, ਇਹਦਾ ਮਤਲਬ ਬਹੁਤ ਰੌਲਾ ਪਏਗਾ। ਇਸ ਵੇਲੇ ਇਹਨਾਂ ਸਾਰੇ ਸਰਹੱਦੀ ਜ਼ਿਲ੍ਹਿਆਂ 'ਚ ਕਿਸਾਨ ਬੈਠੇ ਸਭ ਤੋਂ ਦੁਖੀ ਜ਼ਿਆਦਾ ਹੋਣਗੇ ਜਦੋਂ ਕਿ ਬਾਰਬਡ ਵਾਇਰ ਜੋ ਤਾਰ ਲੱਗੀ ਉਹਦੇ ਪਾਸੇ ਅਗਲੇ ਪਾਸੇ ਜਾਣਾ ਹੋਏ ਉੱਥੇ ਉਹਨਾਂ ਦੀ ਫਸਲਾਂ ਨੇ ਉਹ ਫਸਲਾਂ ਤੇ ਫਿਰ ਪਹਿਲਾਂ ਹੀ ਉਹਨਾਂ ਦਾ ਨੁਕਸਾਨ ਹੋ ਰਿਹਾ ਜੋ ਕੁਛ ਇੱਥੇ। ਮੇਰੇ ਕੋਲ ਬੜੇ ਸਾਰੇ ਰਿਐਕਸ਼ਨ ਨੇ, ਮੇਰੇ ਕੋਲ ਸਮਾਂ ਘੱਟ ਨਹੀਂ ਤਾਂ ਮੈਂ ਰਿਐਕਸ਼ਨ ਵੀ ਦਿਖਾ ਦਿੰਦਾ। ਉਹ ਲੋਕ ਕਹਿ ਰਹੇ ਨੇ ਕਿ ਅਸੀਂ ਤਾਂ ਬਹੁਤ ਜ਼ਿਆਦਾ ਪਹਿਲਾਂ ਹੀ ਦੁਖੀ ਆ, ਤੁਸੀਂ ਰਾਤ ਨੂੰ 8 ਵਜੇ ਤੋਂ ਬਾਅਦ ਘਰੋਂ ਨਹੀਂ ਨਿਕਲ ਸਕਦੇ, ਆਪਣੀ ਜ਼ਮੀਨ ਤੇ ਜਾਣਾ, ਤੁਹਾਡੀ ਪੂਰੀ ਤਲਾਸ਼ੀ ਹੁੰਦੀ ਹੈ, ਤੁਸੀਂ ਡਿਊਟੀ ਤੋਂ ਵਾਪਸ ਆ ਰਹੇ ਹੋ 10 ਵਜੇ ਤੋਂ ਬਾਅਦ ਤੁਸੀਂ ਨਿਕਲ ਨਹੀਂ ਪਾਉਂਦੇ। ਇਹ ਸਾਰੀਆਂ ਚੀਜ਼ਾਂ ਨੇ ਜਦੋਂ 50 ਕਿਲੋਮੀਟਰ ਆ ਜਾਣਗੀਆਂ ਤਾਂ ਮੁਸ਼ਕਲਾਂ ਹੋਰ ਵਧਣਗੀਆਂ। ਹੋਰ ਫੜ ਲਓ, ਜੇ ਕਿਤੇ ਉਹਨਾਂ ਨੂੰ ਕਿਤੇ ਸ਼ੱਕ ਪਿਆ ਫੜ ਕੇ, ਖਾਸ ਤੌਰ ਤੇ ਨੌਜਵਾਨ ਪ੍ਰਭਾਵਿਤ ਹੋਣਗੇ ਜਦੋਂ ਕਿਤੇ ਸ਼ੱਕ ਪਿਆ ਫੜ ਲਓ ਉਹਨਾਂ ਨੂੰ। ਇਹ ਕੋਈ ਕਾਲਾ ਦੌਰ ਫੇਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਠੀਕ ਹੈ, ਬਿਲਕੁਲ ਗਲਤ ਆਇਆ। ਵਿਰਸਾ ਸਿੰਘ ਵਲਟੋਹਾ ਸਾਹਿਬ ਤੋਂ ਲੈਣੇ ਆ, ਬਾਰਡਰ ਏਰੀਆ ਦੇ ਵਿੱਚ ਵਲਟੋਹਾ ਸਾਹਿਬ ਰਹਿੰਦੇ ਨੇ, ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ। ਵਲਟੋਹਾ ਸਾਹਿਬ, ਸਵਾਲ ਤਾਂ ਇਹ ਖੜਾ ਹੁੰਦਾ ਹੈ, ਬਹੁਤ ਵੱਡਾ ਸਵਾਲ, ਅਸੀਂ ਅੱਜ ਕਿੰਤੂ ਪਰੰਤੂ ਤਾਂ ਕੇਂਦਰ ਸਰਕਾਰ ਦੇ ਫੈਸਲੇ ਤੇ ਕਰ ਰਹੇ ਹਾਂ, ਪਰ ਸਵਾਲ ਇਹ ਹੈ ਕਿ ਜੇ ਨਸ਼ਾ ਰੁਕ ਨਹੀਂ ਰਿਹਾ, ਤਸਕਰੀ ਰੁਕ ਨਹੀਂ ਰਹੀ, ਹਥਿਆਰ ਰੁਕ ਨਹੀਂ ਰਹੇ ਤਾਂ ਕਰੀਏ ਕੀ? BSF ਦੀਆਂ ਤਾਕਤਾਂ 'ਚ ਵਾਅਦਾ ਕਰਨਾ ਪਊਗਾ। ਇੱਥੇ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ, ਜੇਕਰ ਇਹ ਸਾਰਾ ਕੁਝ ਰੁਕਣਾ ਤਾਂ BSF ਨੂੰ ਤਕੜਾ ਕਰਨਾ ਪਏਗਾ ਜਾਂ ਬਾਰਡਰ ਹੋਰ ਜ਼ਿਆਦਾ ਸੀਲ ਕਰਨੇ ਪੈਣਗੇ। ਕਿਹੜਾ ਉਹ ਰਾਹ, ਕਿਹੜਾ ਉਹ ਰਸਤਾ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਜੇ ਇਹ ਨਹੀਂ ਤਾਂ ਉਹ ਹੋਣਾ ਚਾਹੀਦਾ ਸੀ? ਦੇਖੋ ਹਰਪ੍ਰੀਤ ਜੀ, ਸਭ ਤੋਂ ਪਹਿਲੀ ਤੇ ਗੱਲ ਹੈ ਕਿ BSF ਬਾਰਡਰ ਸਿਕਿਉਰਿਟੀ ਫੋਰਸ ਜੀ ਜਿਹਦਾ ਮਕਸਦ ਤੇ ਮਤਲਬ ਇੱਕੋ ਹੀ ਹੈ ਕਿ ਜ਼ੀਰੋ ਲਾਈਨ ਤੇ ਫੈਂਸਿੰਗ ਤੇ ਬਾਰਡਰ ਤੇ ਦੇਸ਼ ਦੀ ਸੁਰੱਖਿਆ ਕਰਨੀ। ਜੇ ਕੋਈ ਦੇਸ਼ ਵਿਰੋਧੀ ਹਰਕਤ ਬਾਰਡਰ ਤੇ ਹੁੰਦੀ ਹੈ ਉਹਨੂੰ ਰੋਕਣਾ, ਉਹਦੇ ਤੇ ਕਾਰਵਾਈ ਕਰਨੀ ਜੀ। ਤੇ ਹੁਣ ਸਮੁੱਚੇ ਬਾਰਡਰ ਤੇ ਜਿਹੜਾ 550 ਕਿਲੋਮੀਟਰ ਤੋਂ ਉੱਪਰ ਹੈ ਪੰਜਾਬ ਦਾ, ਉਹਦੇ ਉੱਤੇ ਵੱਡੀ ਗਿਣਤੀ 'ਚ ਬਾਰਡਰ ਤੇ BSF ਤੈਨਾਤ ਹੈ। ਤੇ ਹੁਣ ਬਾਰਡਰ ਤੇ ਤੁਹਾਡੇ ਕੋਲੋਂ ਨਸ਼ਾ ਫੜਿਆ ਨਹੀਂ ਜਾਂਦਾ, ਬਾਰਡਰ ਤੇ ਤੁਹਾਡੇ ਕੋਲ ਹਥਿਆਰ ਫੜੇ ਨਹੀਂ ਜਾਂਦੇ, ਤੇ ਤੁਸੀਂ ਕਹਿੰਦੇ ਜੇ ਅਸੀਂ 50 ਕਿਲੋਮੀਟਰ ਜਾ ਕੇ ਫੜਾਂਗੇ। ਉੱਥੇ ਤੈਨਾਤ ਕੌਣ ਨੇ? ਉੱਥੇ BSF ਦੇ ਅਧਿਕਾਰੀ ਨੇ, ਕਰਮਚਾਰੀ ਨੇ, ਗਾਰਡ ਨੇ, ਉਹੀ ਤੈਨਾਤ ਨੇ ਨਾ। ਸਾਰਾ ਕੁਝ ਉੱਥੇ BSF ਦੇ ਵਾਲੇ ਹੈ। ਤਾਰਾਂ ਤੋਂ ਪਾਰ ਕਿਸਾਨ ਨੇ ਜਾਣਾ ਹੈ ਤੇ ਜੋ ਉਹਨੂੰ ਮੰਦਹਾਲੀ ਚੋਂ, ਜੋ ਜਲਾਲਤ ਚੋਂ BSF ਦੇ ਲੰਘਣਾ ਪੈਂਦਾ ਆ, ਉਹ ਸਰਹੱਦੀ ਕਿਸਾਨ ਹੀ ਬਿਆਨ ਕਰ ਸਕਦਾ ਹੈ। ਤੇ ਅੱਜ ਦੇਖੋ ਤੁਸੀਂ ਇੱਕ ਗੱਲ ਕਰ ਰਹੇ ਜੇ ਕਿ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਤਾ, ਮੰਨ ਲਿਆ ਕਿ 50 ਕਿਲੋਮੀਟਰ ਕਰਤਾ, ਤੇ ਕੇਵਲ 15 ਕਿਲੋਮੀਟਰ ਇਸ ਕਰਕੇ ਸੀ ਉਹ ਮੂਵ ਕਰ ਸਕਦੇ ਸੀ 15 ਕਿਲੋਮੀਟਰ ਦੇ ਵਿੱਚ, ਕਿਉਂਕਿ ਉਹਨਾਂ ਦੀਆਂ ਆਪਾਂ ਕਹਿ ਦਈਏ ਕਿ ਜਿਹੜੇ ਹੈੱਡਕੁਆਟਰ ਸੀਗੇ ਬਟਾਲੀਅਨਾਂ ਦੇ, ਉਹ ਉਸ 15 ਕਿਲੋਮੀਟਰ ਦੇ ਵਿੱਚ ਬਣਦੇ ਸੀ। ਹੁਣ ਜਿਹੜੇ ਅਧਿਕਾਰ ਨੇ ਤਲਾਸ਼ੀ ਦੇ ਵੀ ਦੇਤੇ, ਗ੍ਰਿਫਤਾਰੀ ਦੇ ਵੀ ਦੇਤੇ, ਰਿਕਵਰੀ ਦੇ ਵੀ ਦੇਤੇ, FIR ਦਰਜ ਕਰਨ ਦੇ ਵੀ ਦੇਤੇ। ਇੱਕ ਤਰ੍ਹਾਂ ਦੀ ਪੈਰਲਲ ਜਿਹੜੀ ਹੈ ਪੰਜਾਬ ਪੁਲਿਸ ਦੇ ਬਰਾਬਰ ਤੇ ਇੱਕ ਏਜੰਸੀ ਸ਼ੁਰੂ ਕਰਤੀ ਜਿਨ੍ਹਾਂ ਕੋਲੋਂ ਬਾਰਡਰ ਸਾਂਭਿਆ ਨਹੀਂ ਜਾਂਦਾ, ਉਹਨਾਂ ਨੂੰ ਤੁਸੀਂ ਘਰ ਘਰ ਤੈਨਾਤ ਕਰਨੀਆਂ ਗੱਲਾਂ ਕਰਨ ਲੱਗ ਪਏ ਜੇ। ਇਹ ਜਿਹੜਾ ਬਹੁਤ ਹੀ ਇਹ ਚਿੰਤਾਜਨਕ ਹੈ। ਪਰ ਦੁੱਖ ਇਸ ਗੱਲ ਦਾ ਹੈ ਹਰਪ੍ਰੀਤ ਜੀ, ਕੇਂਦਰ ਦੇ ਮਨਸੂਬੇ ਪਹਿਲਾਂ ਹੀ ਪੰਜਾਬ ਪ੍ਰਤੀ ਮਾੜੇ ਨੇ, ਇਹ 'ਚ ਕੋਈ ਦੁਰਾਵਾ ਨਹੀਂ ਗਿਆ। ਕੇਂਦਰ ਪਹਿਲਾਂ ਹੀ ਇਹਦੇ ਉੱਤੇ ਕਿਸੇ ਨਾ ਕਿਸੇ ਰੂਪ 'ਚ ਆਪਣਾ ਅਧਿਕਾਰ ਜਮਾਉਣਾ ਚਾਹੁੰਦਾ ਹੈ, ਕਿਸੇ ਨਾ ਕਿਸੇ ਤਰੀਕੇ ਆਪਣੀ ਚਲਾਉਣਾ ਚਾਹੁੰਦਾ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗ੍ਰਹਿ ਮੰਤਰੀ ਨੂੰ ਮਿਲਦੇ ਨੇ, ਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਜਦੋਂ ਬਾਹਰ ਆਉਂਦੇ ਨੇ ਤੇ ਪੱਤਰਕਾਰਾਂ ਨੂੰ ਕੀ ਬਰੀਫਿੰਗ ਕਰਦੇ ਨੇ ਕਿ ਨਸ਼ਿਆਂ ਨੂੰ ਰੋਕਣ ਲਈ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਮੈਂ ਬੇਨਤੀ ਕੀਤੀ ਹੈ ਅਮਿਤ ਸ਼ਾਹ ਜੀ ਨੂੰ, ਗ੍ਰਹਿ ਮੰਤਰੀ ਜੀ ਨੂੰ, ਕਿ ਬਾਰਡਰ ਸੀਲ ਕੀਤਾ ਜਾਵੇ। ਹੁਣ ਤੁਸੀਂ ਦੇਖੋ ਉਹਨਾਂ ਨੇ ਜਿਹੜਾ ਟਵੀਟ ਕੀਤਾ ਆ ਉਹਦੇ ਵਿੱਚ ਕਹਿੰਦੇ ਆ ਕਿ ਮੈਂ ਅਮਿਤ ਸ਼ਾਹ ਜੀ ਨੂੰ ਕਿਹਾ ਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ
ਤੇ ਉਹਨਾਂ ਨੂੰ ਪੰਜਾਬ ਵਿੱਚ ਸਰਹੱਦ ਪਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਨਜਾਇਜ਼ ਤਸਕਰੀ ਰੋਕਣ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਸੀਲ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਿਆ ਜਾ ਸਕੇ। ਜੀ ਜੀ। ਹੁਣ ਸਾਡੇ ਮੁੱਖ ਮੰਤਰੀ ਕੰਸੈਂਟ ਦੇ ਕੇ ਆਉਂਦੇ ਨੇ, ਸਹਿਮਤੀ ਦੇ ਕੇ ਆਉਂਦੇ ਨੇ, ਔਰ ਤੇ ਅੱਜ ਜਿਹੜਾ ਆ ਚੰਨੀ ਜੀ ਕਹਿੰਦੇ ਆ ਕਿ ਕੇਂਦਰ ਸਰਕਾਰ ਨੇ ਬਹੁਤ ਜ਼ੁਲਮ ਕਰਤਾ ਹੈ। ਹੁਣ ਦੂਸਰੇ ਬੰਨੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਕਿ ਹਰਪ੍ਰੀਤ ਜੀ ਕਦੀ ਇਹ ਨਹੀਂ ਸੀ ਸੁਣਿਆ ਕਿ BSF ਦੇ ਅਧਿਕਾਰੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵੀ ਉਹ ਕੰਮ ਚਲਾਉਣਗੇ। ਅੱਜ ਪੰਜਾਬ ਦੀਆਂ ਅੱਧੀਆਂ ਜੇਲ੍ਹਾਂ ਜਿਹੜੀਆਂ ਵੱਡੀਆਂ ਨੇ, 7 ਜੇਲ੍ਹਾਂ ਜਿਹੜੀਆਂ ਨੇ, ਸੈਂਟਰਲ ਜੇਲ੍ਹਾਂ ਜਿਹੜੀਆਂ ਨੇ, ਉਹਨਾਂ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹ BSF ਦੇ ਵਿੱਚੋਂ ਜਿਹੜੀ ਹੈ ਸਾਡੀ ਪੰਜਾਬ ਸਰਕਾਰ ਨੇ ਤਾਇਨਾਤ ਕੀਤੇ ਹੋਏ। 1 ਸਾਲ ਹੋ ਗਿਆ। 16 ਅਕਤੂਬਰ 2020 ਨੂੰ ਬਕਾਇਦਾ ਜਿਹੜਾ ਆ ਪੰਜਾਬ ਸਰਕਾਰ ਨੇ ਫੈਸਲਾ ਕਰਕੇ BSF ਦੇ ਜਿਹੜੇ ਅਧਿਕਾਰੀ ਸੀਗੇ, ਜਿਹੜੇ BSF ਨਾਲ ਸੰਬੰਧਿਤ ਸੀ, ਕੇਂਦਰੀ ਫੋਰਸ ਨਾਲ ਸੰਬੰਧਿਤ ਸੀਗੇ, ਉਹਨਾਂ ਵਿਰੁੱਧ ਉਹਨਾਂ ਦੇ ਹਵਾਲੇ ਪੰਜਾਬ ਦੀਆਂ ਜੇਲ੍ਹਾਂ ਕਰਤੀਆਂ। ਹਾਂ ਠੀਕ ਹੈ। ਔਰ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ, ਉਸ ਤੋਂ ਬਾਅਦ ਵੀ ਨਾ ਨਸ਼ਾ ਰੁਕਿਆ ਨਾ ਹਥਿਆਰ ਰੁਕੇ, ਜੇਲ੍ਹਾਂ ਦੇ ਵਿੱਚ ਉਹ ਸਿਸਟਮ ਉਦਾਂ ਦਾ ਹੀ ਚੱਲਦਾ ਰਿਹਾ। ਠੀਕ ਹੈ, ਬਿਲਕੁਲ। ਮੈਂ 1 ਮਿੰਟ ਵਾਪਸ ਆਣਾ, ਸਾਰਾ ਤੋਂ ਇੱਕ ਰਿਐਕਸ਼ਨ ਲੈ ਲਾਂ। ਬਾਲੀ ਸਾਹਿਬ ਔਰ ਜੈਬੰਤ ਸਿੰਘ ਜੀ ਕੋਲ ਐਂਡ 'ਚ ਜਾਵਾਂਗੇ, ਸਰਕਾਰਾਂ ਤੋਂ ਜਵਾਬ ਬਾਅਦ 'ਚ ਲਾਂਗੇ। ਪੈਰਲਲ ਗਰਗ ਸਾਹਿਬ, ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ? 2-3 ਤਰੀਕਿਆਂ ਨਾਲ ਇਸ ਫੈਸਲੇ ਨੂੰ ਦੇਖਿਆ ਜਾ ਰਿਹਾ। ਕੁਝ ਲੋਕ ਇਸ ਨੂੰ ਖੇਤੀ ਕਾਨੂੰਨਾਂ ਨਾਲ ਜੋੜ ਕੇ ਵੀ ਦੇਖ ਰਹੇ ਨੇ ਕਿ ਜਿਹੜੇ ਸੰਘੀ ਅਧਿਕਾਰ ਖੇਤਰ ਨੇ ਸੂਬਿਆਂ ਦੇ, ਉਹ ਪਹਿਲਾਂ ਖੇਤੀ ਕਾਨੂੰਨਾਂ ਦੇ ਤਹਿਤ ਮਿੱਦੇ ਗਏ, ਹੁਣ ਇਹ ਜ਼ਿਆਦਤੀ ਕਰਕੇ ਮਿੱਦੇ ਜਾ ਰਹੇ ਨੇ। ਲਾਅ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ, ਉਸ ਸਬਜੈਕਟ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ। ਬਿਲਕੁਲ ਠੀਕ ਕਿਹਾ ਹਰਪ੍ਰੀਤ ਜੀ ਤੁਸੀਂ ਕਿ ਜਿਹੜਾ ਲਾਅ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ। ਦੂਜੀ ਗੱਲ, ਇਹ ਬਹਾਨਾ ਬਣਾਉਣਾ ਕਿ ਜੀ ਇੱਥੇ ਡਰੋਨ ਆ ਰਹੇ ਨੇ, ਇੱਥੇ ਇਹ ਟਿਫਨ ਬੰਬ ਆ ਰਹੇ ਨੇ, ਇੱਥੇ ਮੋਡਿਊਲ ਆ ਰਹੇ ਨੇ, ਇਹ ਬਹਾਨਾ ਇਸ ਗੱਲ ਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਤਾਂ ਕਿਸਾਨੀ ਅੰਦੋਲਨ ਨੂੰ ਕੁਚਲਣ ਵਾਸਤੇ ਪਹਿਲਾਂ ਹੀ ਖਾਲਿਸਤਾਨੀ ਨੇ ਜੀ, ਇਹ ਵੱਖਵਾਦੀ ਨੇ, ਇਹ ਕਹਿਣ ਦੀ ਕੋਸ਼ਿਸ਼ ਕਰੀ ਹੈ। ਈਵਨ ਮੋਦੀ ਸਾਹਿਬ ਨੇ ਤਾਂ ਸਦਨ ਦੇ ਵਿੱਚ ਭਾਸ਼ਣ ਕਰਤਾ ਸੀ ਕਿ ਇਹ ਸਿੱਖ ਯਾਦ ਰੱਖਣ 47 ਨੂੰ ਔਰ 84 ਦੇ ਦੰਗਿਆਂ ਨੂੰ। ਹਾਲਾਂਕਿ ਉਹ ਦੰਗੇ ਨਹੀਂ ਸੀਗੇ, ਸਭ ਨੂੰ ਪਤਾ ਉਹ ਕਤਲੇਆਮ ਸੀਗਾ। ਸੋ ਇਸ ਕਰਕੇ ਜਦ ਅਸੀਂ ਇਸ ਤਰ੍ਹਾਂ ਦੀ ਇਹਨਾਂ ਦੀ ਮਾਨਸਿਕਤਾ ਨੂੰ ਦੇਖਦੇ ਹਾਂ, ਉਹਦੇ 'ਚ ਪਰ ਸਾਡੇ ਆਪਣੇ ਕਹਿੰਦੇ ਵੀ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼। ਇੱਕ ਤਾਂ ਜਿਵੇਂ ਤਿੰਨੇ ਖੇਤੀ ਕਾਨੂੰਨ ਨੇ, ਇਹਦੇ ਪੇਂਡੂ ਜਾਇਦਾਦ ਨੂੰ ਇਹ ਕਹਿੰਦੇ ਜੀ ਅਸੀਂ ਮੈਪਿੰਗ ਕਰਾਂਗੇ, ਅਸੀਂ ਲਾਲ ਡੋਰਾ ਕਰ ਰਹੇ ਹਾਂ। ਅਸਲ ਦੇ ਵਿੱਚੋਂ ਲਾਲ ਡੋਰਾ ਮਿਸ਼ਨ 'ਚ ਇਹ ਹੈ ਕਿ ਜਿਵੇਂ ਖੇਤੀ ਦੀ ਜ਼ਮੀਨ ਹੈ ਉਹਦਾ ਵੀ ਰਿਕਾਰਡ ਕੇਂਦਰ ਕੋਲ ਚਲਾ ਜਾਵੇ ਸਾਰਾ, ਤੇ ਪਿੰਡਾਂ 'ਚ ਜਿਹੜੀ ਜ਼ਮੀਨਾਂ ਤੱਕ ਉੱਥੇ ਮਲਟੀਪਲੈਕਸ ਬਣ ਸਕਣ, ਉਹਦੇ ਉੱਤੇ ਵੀ ਇਹ ਬੜੇ ਖੁਸ਼ ਹੋ ਰਹੇ ਨੇ। ਇੱਦਾਂ ਹੀ ਇਹਨਾਂ ਨੇ ਕਿਹਾ ਜੀ ਇਹ ਤੁਸੀਂ ਉੱਥੋਂ ਰੋਕਦੇ ਨਹੀਂ ਬਾਰਡਰ ਤੋਂ, ਨਸ਼ੇ ਤਾਂ ਉੱਥੋਂ ਆ ਰਹੇ ਨੇ, ਕਿਉਂਕਿ ਆਪ ਤਾਂ ਨਸ਼ਿਆਂ ਤੇ ਜੋ ਕਰਨਾ ਸੀ ਉਹ ਕਰਿਆ ਨਹੀਂ ਹੈ, ਤੇ ਕਿਸੇ ਨੂੰ ਦੂਜੇ ਨੂੰ ਦੋਸ਼ ਦਿੰਦੇ ਰਹੇ, ਕਦੇ ਕਿਸੇ ਨੂੰ ਦੋਸ਼ ਦਿੰਦੇ ਰਹੇ। ਸੋ ਉਹਦੇ ਉੱਤੇ ਜਦ ਤੁਸੀਂ ਕਹਿੰਦੇ ਹੋ ਕਿ ਬਾਰਡਰ ਸੀਲ ਕਰੋ, ਉਹ ਸੀਲ ਕਰਨ ਦੇ ਬਹਾਨੇ ਉਹਨਾਂ ਨੇ 50 ਕਿਲੋਮੀਟਰ ਕਰਤਾ। ਹੁਣ ਕੇਂਦਰ ਤੇ ਸਵਾਲ ਨੇ, ਇਹ ਤਾਂ ਹੋ ਗਏ ਇਸ ਸਰਕਾਰ ਤੇ ਸਵਾਲ ਵੀ ਇਹਨਾਂ ਨੇ ਵੀ ਠੀਕ ਨਹੀਂ ਕਰਿਆ। ਚੰਨੀ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਇਹ ਥੋੜੀ ਕਹਿ ਕੇ ਆਇਆ ਸੀਗਾ ਕਿ ਤੁਸੀਂ ਆਪਣਾ ਰੇਡੀਅਸ ਵਧਾ ਦਿਓ, ਮੈਂ ਤਾਂ ਇਹ ਕਹਿ ਕੇ ਆਇਆ ਸੀਗਾ ਕਿ ਬਾਰਡਰ ਸੀਲ ਕਰੋ, ਪਰ ਉਸ ਗੱਲ ਦਾ ਬਹਾਨਾ ਬਣਾ ਕੇ ਇਹਨਾਂ ਨੇ 50 ਕਿਲੋਮੀਟਰ ਲੈ ਗਏ। ਨਹੀਂ, ਮੈਂ ਇਹੀ ਕਹਿਣਾ, ਜਦ ਤੁਸੀਂ ਕਹਿੰਦੇ ਹੋ ਬਾਰਡਰ ਸੀਲ ਕਰੋ, ਇਹ ਕਰੋ, ਤੁਹਾਨੂੰ ਕਹਿਣ ਦੀ ਕੀ ਲੋੜ ਆ? ਸਭ ਕੁਝ ਚੱਲੀ ਜਾ ਰਿਹਾ, 3 ਮਹੀਨੇ ਨੇ ਚੋਣਾਂ 'ਚ ਅਜੇ। ਤੁਸੀਂ ਆਪਦਾ ਪਾਸਾ ਤਕੜਾ ਰੱਖੋ। ਤੁਸੀਂ ਉੱਥੇ ਬਾਰਡਰ ਸੀਲ ਦੀ ਡੈਫੀਨੇਸ਼ਨ ਕੀ ਹੈ? ਤਾਰ ਲੱਗੀ ਹੋਈ ਹੈ, ਬਿਜਲੀ ਉਹ ਚੱਲਦੀ ਹੈ, BSF ਪਹਿਰਾ ਦੇ ਰਹੀ ਹੈ। ਤੁਸੀਂ ਇੱਥੇ ਕਹਿ ਦਿਓ ਕਿ ਜੀ ਤੁਹਾਡੇ ਉੱਥੋਂ ਆ ਰਹੇ ਨੇ, ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ, ਸਾਤੋਂ ਜਿੰਨਾ ਹੁੰਦਾ ਅਸੀਂ ਕਰੀ ਜਾਂਦੇ ਹਾਂ। ਤੁਸੀਂ ਕਿਉਂ ਕਹਿੰਦੇ ਹੋ ਵੀ ਤੁਸੀਂ ਉੱਥੇ ਹੋਰ ਤਕੜੇ ਹੋਵੋ? ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਇਹ ਗੱਲ। ਗੁਰਵਿੰਦਰ ਸਿੰਘ ਬਾਲੀ ਸਾਹਿਬ, ਤੁਸੀਂ ਸੁਣ ਲਿਆ ਜੋ ਪੈਰਲਲ ਗਰਗ ਸਾਹਿਬ ਹੋਰਾਂ ਨੇ ਵੀ ਕਿਹਾ ਔਰ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਵੀ ਨਾਕਾਮੀਆਂ ਰਹੀਆਂ ਨੇ। ਚਰਨਜੀਤ ਚੰਨੀ ਸਾਹਿਬ ਨੇ ਜੋ ਉੱਥੇ ਕਿਹਾ ਉਹ ਖੁਦ ਹੀ ਪੰਜਾਬ ਨੂੰ ਹਵਾਲੇ ਕਰ ਰਹੇ, ਔਰ ਇਹ ਖਾਲੀ ਇਹ ਨਹੀਂ ਕਹਿ ਰਹੇ। ਸੁਨੀਲ ਜਾਖੜ ਹੋਰਾਂ ਦਾ ਵੀ ਟਵੀਟ ਤੁਸੀਂ ਯਕੀਨਨ ਤੌਰ ਤੇ ਪੜ੍ਹਿਆ ਹੋਣਾ, ਉਹਨਾਂ ਨੇ ਵੀ ਕਿਹਾ ਕਿ ਮੰਗਣ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ ਚਾਹੀਦਾ ਹੈ, ਅਣਜਾਣਪੁਣੇ 'ਚ ਹੀ ਸਹੀ, ਪਰ ਚੰਨੀ ਸਾਹਿਬ ਅੱਧਾ ਪੰਜਾਬ ਹੈ ਜਿਹੜਾ ਉਹ ਕੇਂਦਰ ਦੇ ਹਵਾਲੇ ਕਰ ਆਏ। ਬਾਲੀ ਸਾਹਿਬ, ਰਿਐਕਸ਼ਨ ਕੀ? ਦੇਖੋ ਹਰਪ੍ਰੀਤ ਜੀ, ਇਹ ਜਿਹੜੀ ਗੱਲ ਕਹਿਣੀ ਕਿ ਅੱਧਾ ਪੰਜਾਬ ਉਹਨਾਂ ਦੇ ਹਵਾਲੇ ਕਰ ਰਹੇ ਨੇ, ਸਾਰਾ ਇਸ ਗੱਲ ਨੂੰ ਖਾਰਜ ਕਰਦੇ ਆ, ਔਰ ਇਹ ਬਿਲਕੁਲ ਗਲਤ ਗੱਲ ਹੈ, ਔਰ ਗਲਤ ਜਿਹੜੀ ਹੈ ਉਹ ਇਹਦਾ ਪ੍ਰੋਪਗੈਂਡਾ ਕੀਤਾ ਜਾ ਰਿਹਾ। ਚੰਨੀ ਸਾਹਿਬ ਨੇ ਕਿੱਥੇ ਇਹ ਗੱਲ ਕਹੀ ਹੈ ਕਿ 50 ਕਿਲੋਮੀਟਰ ਤੱਕ ਅੰਦਰ ਤੱਕ ਆ ਸੁਰੱਖਿਆ ਵਾਸਤੇ? ਅੱਜ ਦੀ ਡੇਟ ਦੇ ਵਿੱਚ ਅਸੀਂ ਇਹ ਕਹੀਏ ਕਿ ਹਿੰਦੁਸਤਾਨ ਦੇ ਹੋਮ ਮਿਨਿਸਟਰ ਨੇ, ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਨੂੰ ਮਿਲਣਾ ਹੀ ਪੈਂਦਾ, ਜਾਂ ਹਿੰਦੁਸਤਾਨ ਦਾ ਕੋਈ ਵੀ ਚੀਫ ਮਿਨਿਸਟਰ ਹੋਵੇ ਉਹਨੂੰ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਪੈਂਦਾ, ਆਪਣੀ ਸਟੇਟ ਬਾਰੇ ਦੱਸਣਾ ਪੈਂਦਾ। ਕਿੱਥੇ ਵਲਟੋਆ ਸਾਹਿਬ ਇਹ ਜੀ ਗੱਲ ਉਹਨਾਂ ਨੇ ਕਹੀ ਹੈ ਕਿ 50 ਕਿਲੋਮੀਟਰ ਜਿਹੜਾ ਹੈਗਾ ਵੇ
ਉਹ ਅੰਦਰ ਹੈ। ਸੁਰੱਖਿਆ ਕਰਨਾ, ਉਹਨੂੰ ਰੋਕਣਾ, ਹਥਿਆਰਾਂ ਨੂੰ ਰੋਕਣਾ, ਡਰੋਨ ਆ ਰਹੇ ਨੇ, ਅਸੀਂ ਦੇਖ ਰਹੇ ਹਾਂ, ਤੁਹਾਡਾ ਮੀਡੀਆ ਦਿਖਾ ਰਿਹਾ ਉਹਨਾਂ ਨੂੰ, ਬਿਲਕੁਲ ਸਹੀ ਆ ਰਹੇ ਨੇ। ਪਹਿਲੇ ਜਿਹੜੇ ਮੁੱਖ ਮੰਤਰੀ ਸੀ ਉਹ ਵੀ ਮਿਲਦੇ ਹੁੰਦੇ ਸੀ, ਅੱਜ ਇਹ ਤਾਂ ਇੱਕ ਰੂਟੀਨ ਮੈਟਰ ਹੈ ਆਪਣੀ ਸਟੇਟ ਬਾਰੇ ਦੱਸਣਾ ਔਰ ਆਪਣੀ ਸਟੇਟ ਬਾਰੇ ਕਹਿਣਾ ਜੋ ਹਿੰਦੁਸਤਾਨ ਦਾ ਹੋਮ ਮਿਨਿਸਟਰ ਹੋਏਗਾ। ਮਗਰ 50 ਕਿਲੋਮੀਟਰ ਅਗਰ ਕਿਧਰੇ ਲਿਖਿਆ ਹੈਗਾ ਅਸੀਂ ਉਹਨੂੰ ਐਡਮਿਟ ਸਾਹਿਬ ਇਹ ਤਾਂ ਤੁਹਾਡੇ ਸੀਨੀਅਰ ਉਹਨਾਂ ਨੇ ਕਿਹਾ ਸੀਨੀਅਰ ਆਗੂ ਸੁਨੀਲ ਜਾਖੜ ਸਾਹਿਬ ਨੇ ਕਿਹਾ ਵੀ ਕਾਂਗਰਸ ਪਾਰਟੀ ਇਹਦਾ ਪ੍ਰੋਪਗੈਂਡਾ ਕਰੀਏ। ਸੁਨੀਲ ਜਾਖੜ ਸਾਹਿਬ ਨੇ ਇਹ ਕਿਹਾ ਕਿ ਇਹ ਚੰਨੀ ਸਰਕਾਰ ਦੀ ਨਾਕਾਮੀ ਹੈ ਕਿ ਇਹ ਸਭ ਕੁਝ ਹੋ ਗਿਆ। ਇਹ ਤਾਂ ਤੁਸੀਂ ਖੁਦ ਵੀ ਦੇਖਿਆ, ਸੁਨੀਲ ਜਾਖੜ ਹੋਰਾਂ ਨੇ ਟਵੀਟ ਕਰਕੇ ਕਿਹਾ। ਮੇਰੀ ਗੱਲ ਸੁਣੋ, ਹੁਣ ਜਾਖੜ ਸਾਹਿਬ ਨੇ ਕਿਤੇ ਕਿਹਾ, ਮੈਂ ਉਹਦੇ 'ਚ ਕੀ ਕਹਿ ਸਕਦਾ, ਮੇਰੇ ਤੋਂ ਸੀਨੀਅਰ ਪੋਲੀਟੀਸ਼ੀਅਨਸ ਨੇ ਕਿ ਕਿਤੇ ਕੋਈ ਵੀ ਮੁੱਖ ਮੰਤਰੀ ਪੰਜਾਬ ਦਾ ਹੋਵੇ ਔਰ ਉਹ ਆਪਣੀ ਸਟੇਟ ਨੂੰ ਇਹੋ ਜਿਹੀ ਗੱਲ ਕਰੇਗਾ। ਇਹ ਤਾਂ ਆਪਣੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੜੀ ਸਮਝਦਾਰ। ਮੁੱਖ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਸਟੇਟ ਦੀ ਰਖਵਾਲੀ ਵਾਸਤੇ ਗੱਲ ਕਹੀ ਹੈ। ਚਾਹੇ ਡਿਫੈਂਸ ਮਿਨਿਸਟਰ ਸਾਹਿਬ ਨੂੰ ਕਹਿਣ, ਇਹ ਫੈਸਲਾ ਲਾਗੂ ਹੋਣ ਤੋਂ ਪਹਿਲਾਂ ਇਹ ਫੈਸਲਾ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਕੋਈ ਕੰਸੈਂਟ ਲਈ ਗਈ ਸੀ, ਕੋਈ ਵਿਚਾਰ ਚਰਚਾ ਕੀਤੀ ਗਈ, ਕੋਈ ਵਟਾਂਦਰਾ ਕੀਤਾ ਗਿਆ ਵਿਚਾਰਾਂ ਦਾ? ਕੋਈ ਕੰਸਲਟ ਅਜੇ ਤੱਕ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ, ਇਹੋ ਜਿਹੀ ਕੋਈ ਗੱਲ ਨਹੀਂ। ਸੁਰੱਖਿਆ ਵਾਸਤੇ ਚੀਫ ਮਿਨਿਸਟਰ ਨੇ ਕਿਹਾ, ਉਹਨਾਂ ਦਾ ਬਣਦਾ ਕਹਿਣਾ, ਮਗਰ 50 ਕਿਲੋਮੀਟਰ ਅੰਦਰ ਆਣਾ, ਉਸ ਤੋਂ ਬਾਅਦ ਉਹ 100 ਕਿਲੋਮੀਟਰ ਅੰਦਰ ਆ ਜਾਣਗੇ, ਉਸ ਤੋਂ ਬਾਅਦ ਫਿਰ ਉਹ ਆਪਣੀਆਂ ਸਾਡੀਆਂ ਜਿਹੜੀਆਂ ਫੋਰਸਿਸ ਨੇ, ਸਾਡੀ ਜਿਹੜੀ ਪੁਲਿਸ ਹੈ, ਸਾਡੀਆਂ ਹੋਰ ਏਜੰਸੀਜ਼ ਨੇ, ਕਿਆ ਐਡਾ ਵੱਡਾ ਉਗਰਵਾਦ ਦਾ ਜਿਹੜਾ ਉਹਨਾਂ ਨੇ ਮਸਲਾ ਹੱਲ ਨਹੀਂ ਕੀਤਾ ਉਹਨਾਂ ਨੇ ਪੰਜਾਬ ਦੇ ਵਿੱਚ? ਕਿਆ ਉਹ ਕਰ ਨਹੀਂ ਸਕਦੀ? ਕਿਆ ਉਹ ਸક્ષਮ ਨਹੀਂ ਹੈਗੀਆਂ? ਇਹ ਗੱਲ ਸਹੀ ਹੈ ਵੀ ਸਾਨੂੰ BSF ਜਿਹੜੀ ਉਹ ਮਦਦ ਮਿਲਦੀ ਹੈ ਉਹਨਾਂ ਨੇ ਟਾਈਟ ਕਰਨ ਵਾਸਤੇ ਜ਼ਰੂਰ ਕਿਹਾ, ਸਾਡੀ ਸਰਕਾਰ ਨੇ ਉਹ ਟਾਈਟ ਕਰਨੀ ਚਾਹੀਦੀ ਹੈ। ਮਗਰ 50 ਕਿਲੋਮੀਟਰ ਅੰਦਰ ਕਹਿਲੋ ਸਾਹਿਬ ਨੇ ਵੀ ਕਿਹਾ, ਅਸੀਂ ਉਹਦੀ ਨਿੰਦਾ ਕਰਦੇ ਹਾਂ ਜਿੰਨੀ ਨਿੰਦਾ ਕਰ ਸਕਦੇ ਹਾਂ। ਮਗਰ ਮੁੱਖ ਮੰਤਰੀ ਜੀ ਨੇ ਸਿਰਫ ਇੰਨੀ ਗੱਲ ਕਹੀ, ਸਾਡੀ ਸਟੇਟ ਦੀ ਸੁਰੱਖਿਆ ਹੋਣੀ ਚਾਹੀਦੀ ਹੈ। 50 ਕਿਲੋਮੀਟਰ ਕਿਤੇ ਕੋਈ ਵਰਡ ਨਹੀਂ ਹੈਗਾ ਮੁੱਖ ਮੰਤਰੀ ਦਾ ਕਿ ਉਹਨਾਂ ਨੇ ਉੱਥੇ ਲਿਖ ਕੇ ਦਿੱਤਾ ਹੋਵੇ। ਚਲੋ ਮੈਂ ਇਸ ਗੱਲ ਤੇ ਦੁਬਾਰਾ ਆ ਜਾਵਾਂਗਾ ਪਰ ਸੈਂਟਰ ਨੇ ਪਹਿਲੇ ਸਾਡੀ ਸਟੇਟ ਕੋਲ ਕਿਹੜੀ ਪਾਵਰ ਹੈ ਤੁਸੀਂ ਮੈਨੂੰ ਦੱਸੋ। ਚਾਹੇ ਪਿਛਲੀਆਂ ਗਵਰਨਮੈਂਟਾਂ ਸੀ, ਚਾਹੇ ਅੱਜ ਦੀ ਗਵਰਨਮੈਂਟ ਹੈ, ਸਾਰੀਆਂ ਹੀ ਗਵਰਨਮੈਂਟਾਂ ਰੋਂਦੀਆਂ ਰਹੀਆਂ ਨੇ ਕਿ ਸਟੇਟ ਨੂੰ ਜਿਹੜੀਆਂ ਸੈਂਟਰ ਨੂੰ ਕਹਿੰਦੀਆਂ ਨੇ ਕਿ ਪਾਵਰਾਂ ਘਟਾਓ, ਸਾਨੂੰ ਪਾਵਰਾਂ ਦਿਓ, ਸਟੇਟ ਨੂੰ ਪਾਵਰਾਂ ਦਿਓ। ਸਾਰੀ ਪਾਵਰ ਤਾਂ ਸੈਂਟਰ ਕੋਲੇ। ਆ ਇੱਕ ਹੋਰ ਸਾਡੇ ਉੱਪਰ ਲਿਆ ਕੇ ਮੜ ਦਿੱਤਾ ਇਹ ਕੱਲ 3000 ਜਿਹੜੀ ਹੈਗੀ ਹੈ ਡਰੱਗਸ ਕਿਲੋ, ਉਹ ਤਾਂ ਮਿਲੀ ਹੈ ਗੁਜਰਾਤ ਚੋਂ, ਉੱਥੇ 100 ਕਿਲੋਮੀਟਰ ਅੰਦਰ ਕਰ ਦਿਓ। ਫਿਰ ਸਾਡੇ ਨਾਲ ਵਿਤਕਰਾ ਕਿਉਂ? ਸਾਡੇ ਪੰਜਾਬ ਨਾਲ ਵਿਤਕਰਾ ਕਿਉਂ? ਸਵਾਲ ਇਹ ਵੀ ਖੜਾ ਹੁੰਦਾ ਨਾ, ਮੈਂ ਇੰਨੀ ਗੱਲ ਹੀ ਇੱਕ ਸਵਾਲ ਇਹ ਵੀ ਖੜਾ ਹੁੰਦਾ, ਇਹਦਾ ਜਵਾਬ ਬਾਅਦ ਚ ਦੇ ਦਿਓ ਤੁਸੀਂ। ਤੁਹਾਨੂੰ ਯਾਦ ਹੋਏਗਾ ਸਾਲ ਪਹਿਲਾਂ ਮੈਂ ਇਸੇ ਮੰਚ ਤੇ ਡਿਬੇਟ ਕੀਤੀ ਸੀ, ਉਦੋਂ ਤੁਸੀਂ ਵੀ ਆਏ ਸੀਗੇ ਕਿ BSF ਦੇ ਹਵਾਲੇ ਅਸੀਂ ਖੁਦ ਹੀ ਜੇਲਾਂ ਕਰ ਦਿੱਤੀਆਂ ਕਿ ਜੇਲਾਂ ਦੇ ਵਿੱਚ ਨਸ਼ਾ ਨਹੀਂ ਰੁਕ ਰਿਹਾ, ਅਸੀਂ BSF ਦੇ ਹਵਾਲੇ ਜੇਲਾਂ ਕਰ ਰਹੇ ਹਾਂ। ਤਾਂ ਜਦੋਂ ਅਸੀਂ ਖੁਦ BSF ਨੂੰ ਆਪਣੇ ਸੂਬੇ ਦੇ ਅੰਦਰ ਵਾੜ ਕੇ ਜੇਲਾਂ ਦੀ ਹਵਾਲਗੀ ਉਹਨਾਂ ਨੂੰ ਦੇ ਦਿੱਤੀ, ਤੇ ਅੱਜ ਜੇ ਉਹ 50 ਕਿਲੋਮੀਟਰ ਦਾ ਏਰੀਆ ਲੈਣ ਜਾ ਰਹੇ ਆ ਤੇ ਫਿਰ ਵਿਰੋਧ ਆਪਣਾ ਜਾਇਜ਼ ਬਣਦਾ ਕਿ ਨਹੀਂ ਬਣਦਾ? ਮੈਂ ਇੱਕ ਮਿੰਟ ਵਾਪਸ ਆਣਾ ਬਾਲੀ ਸਾਹਿਬ, ਮੈਂ ਦੁਬਾਰਾ ਲਾਂਗਾ ਤੁਹਾਡੇ ਤੋਂ ਇਹ ਰਿਐਕਸ਼ਨ। ਮੈਨੂੰ ਇੱਕ ਮਿੰਟ ਹੁਣ ਜੈਬਾਨ ਸਿੰਘ ਹੋਰਾਂ ਤੋਂ ਰਿਐਕਸ਼ਨ ਲੈਣ ਦਿਓ। ਜੈਬਾਨ ਸਿੰਘ ਜੀ, ਤੁਹਾਨੂੰ ਮੈਂ ਐਂਡ ਦੇ ਵਿੱਚ ਇਸੇ ਕਰਕੇ ਰੱਖਿਆ ਕਿ ਸਾਰੇ ਬੁਲਾਰਿਆਂ ਤੇ ਤੁਸੀਂ ਸੁਣ ਲਈ ਹੋਣੀ ਹੈ ਗੱਲ। ਇੱਕ ਰਾਏ ਇੱਕ ਮਤ ਦੇ ਵਿੱਚ ਕਹਿ ਰਹੇ ਨੇ ਕਿ ਸਰਾਸਰ ਸੂਬੇ ਦੇ ਅਧਿਕਾਰ ਖੇਤਰਾਂ ਦੇ ਨਾਲ ਧੱਕਾ ਹੋ ਰਿਹਾ ਹੈ, ਕੇਂਦਰ ਸਰਕਾਰ ਦੀ ਮਨਸ਼ਾ ਸਾਫ਼ ਨਹੀਂ। ਹਰਪ੍ਰੀਤ ਜੀ ਮੈਂ ਬੜੇ ਗੌਰ ਦੇ ਨਾਲ ਸਾਰਿਆਂ ਦੀ ਗੱਲਬਾਤ ਸੁਣੀ ਹੈ ਜੀ। ਮੇਰਾ ਜਿਹੜਾ ਹੁਣ ਥੋੜੀ ਦੇਰ ਮੈਨੂੰ 2 ਮਿੰਟ ਦੇ ਦੇਣਾ ਜ਼ਰੂਰ ਵਾਸਤੇ। ਜੀ। ਮੇਰਾ ਜਿਹੜਾ ਪਹਿਲਾ ਪੁਆਇੰਟ ਹੈ ਉਹ ਇਹ ਹੈ ਕਿ ਅਗਰ ਇਸ ਡਿਬੇਟ ਦੇ ਵਿੱਚ ਦਮ ਲਿਆਉਣਾ ਸੀਗਾ ਤੇ ਇਸ ਡਿਬੇਟ ਦੇ ਵਿੱਚ ਕੋਈ ਪੁਰਾਣਾ BSF ਦਾ ਆਫੀਸਰ ਜਾਂ ਪੰਜਾਬ ਪੁਲਿਸ ਦਾ ਆਫੀਸਰ ਅਨਬਾਇਸਡ ਬਹਿਣਾ ਬਹੁਤ ਜ਼ਰੂਰੀ ਸੀਗਾ, ਕਿਉਂਕਿ ਟੈਕਨੀਕਲ ਲੈਵਲ ਦੇ ਉੱਤੇ ਜੋ ਪ੍ਰੋਬਲਮਸ ਨੇ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਹੱਲ ਕਰਨਾ ਹੈ ਉਹ ਹੀ ਦੱਸ ਸਕਦੇ ਸੀਗੇ। ਐਨੀਵੇ ਜਦੋਂ ਇਹ ਨਹੀਂ ਹੋਇਆ ਤੇ ਸਾਰੇ ਇੱਥੇ ਪੋਲੀਟੀਸ਼ੀਅਨਸ ਬਹਿ ਗਏ ਨੇ ਤੇ ਮੈਂ 2-4 ਜਿਹੜੀਆਂ ਚੀਜ਼ਾਂ ਜਿਹੜੀ ਮੇਰੀ ਸਮਝ ਚ ਆਉਂਦੀਆਂ ਨੇ ਬਿਕੋਜ਼ ਆਫ ਮਾਈ ਸਰਵਿਸ ਉਹ ਮੈਂ ਤੁਹਾਨੂੰ ਦੱਸ ਦਿੰਦਾ। ਪਹਿਲੀ ਗੱਲ ਇਹ ਹੈ ਕਿ ਜਦੋਂ ਵੀ ਐਸੀ ਕੋਈ ਡਿਸੀਜਨ ਲਈ ਜਾਂਦੀ ਹੈ ਇਹ ਪੰਜਾਬ CM ਦੇ ਕਹਿਣ ਦੇ ਉੱਤੇ ਨਹੀਂ ਲਈ ਗਈ। ਜਿਹੜੇ ਉਹਨਾਂ ਦੇ ਪ੍ਰੋਫੈਸ਼ਨਲ ਲੀਡਰਸ ਹੈਗੇ ਨੇ ਤੇ ਕਮਾਂਡਰਸ ਹੈਗੇ ਨੇ BSF ਦੇ, ਉਹਨਾਂ ਨੇ ਐਪਰੀਸੀਏਸ਼ਨ ਕੀਤੀ ਹੋਏਗੀ, ਰੀਅਸੈਸਮੈਂਟ ਕੀਤੀ ਹੋਏਗੀ ਥ੍ਰੈਟ ਪਰਸੈਪਸ਼ਨ ਦੀ, ਤੇ ਉਹਨੂੰ ਕੈਬਨਿਟ ਕਮੇਟੀ ਆਫ ਸਿਕਿਉਰਿਟੀ ਦੇ ਅੱਗੇ ਰੱਖਿਆ ਹੋਏਗਾ ਤੇ ਉਹਦੇ ਬੇਸ ਦੇ ਉੱਤੇ ਡਿਸੀਜਨ ਹੋਏਗੀ। ਕਾਫੀ ਦੇਰ ਤੋਂ ਇਹਦੇ ਉੱਤੇ ਕੰਮ ਚੱਲ ਰਿਹਾ ਹੋਏਗਾ, 2 ਦਿਨਾਂ ਦੇ ਵਿੱਚ ਨਹੀਂ ਹੋ ਗਿਆ ਇਹ। ਤੇ ਜੋ ਇੱਥੋਂ ਦੀ ਬਹੁਤ ਅੱਛੀ ਸਮਝ ਆਉਂਦੀ ਹੈ ਉਹ ਹੈ ਕਿ BSF ਨੇ ਇੱਕ ਰੈਸ਼ਨਲਾਈਜੇਸ਼ਨ ਐਕਸਰਸਾਈਜ਼ ਕੀਤੀ ਹੈ। ਰੈਸ਼ਨਲਾਈਜੇਸ਼ਨ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਇੱਕ ਸਿੰਗਲ ਪੈਰਾਮੀਟਰ ਕੀਤਾ ਹੈ ਅਕ੍ਰੋਸ ਦ ਬਾਰਡਰ, ਤਾਂ ਕਿ ਉਹ ਆਪਣੀ ਟ੍ਰੇਨਿੰਗ ਇਕਵਿਪਮੈਂਟ ਤੇ ਟੈਕਟਿਕਸ ਨੂੰ ਸੈੱਟ ਕਰ ਲੈਣ। ਤੇ ਐਸਾ ਨਾ ਹੋਏ ਕਿ ਜਦੋਂ ਇੱਕ ਬੰਦੇ ਦੀ ਦੂਸਰੀ ਜਗ੍ਹਾ ਪੋਸਟਿੰਗ ਹੁੰਦੀ ਹੈ ਤੇ ਉਹਨੂੰ ਨਵੇਂ ਤਰੀਕੇ ਦੇ ਉੱਤੇ ਟ੍ਰੇਨ ਕਰਨਾ ਪਏ ਜਾਂ ਨਵੀਆਂ ਉਹਨੂੰ ਵੈਪਨ ਸਿਸਟਮ ਦੇਣੀਆਂ ਪੈਣ, ਨਵੇਂ ਤਰੀਕੇ ਦੇਣੇ ਪੈਣ। ਉਹਨਾਂ ਨੇ ਆਪਣੇ ਆਪ ਨੂੰ ਰੈਸ਼ਨਲਾਈਜ਼ ਕੀਤਾ। ਦੂਸਰਾ ਉਹਨਾਂ ਨੇ ਥ੍ਰੈਟ ਪਰਸੈਪਸ਼ਨ ਇਹ ਕੀਤੀ ਹੈ ਕਿ ਜਿਹੜੇ ਅੱਜ ਕੱਲ੍ਹ ਦੀ ਮਾਡਰਨ ਟੈਕਨੋਲੋਜੀ ਹੈ ਇਹਦੇ ਵਿੱਚ ਡਰੋਨਸ ਕਾਫੀ ਅੰਦਰ ਚਲੇ ਜਾਂਦੇ ਨੇ
ਉਸ ਟਾਈਮ ਦੇ ਉੱਤੇ ਪੁਲਿਸ ਦੇ ਨਾਲ ਰਿਐਕਸ਼ਨ ਲੈਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਪੁਲਿਸ ਨੂੰ ਬੁਲਾ ਕੇ ਉਹਨਾਂ ਨੂੰ ਕੋ ਇੱਕ ਪੁਆਇੰਟ ਦੇ ਉੱਤੇ ਜਾ ਕੇ ਸਟਾਪ ਹੋ ਜਾਂਦੇ ਨੇ ਕਿ ਇਹਦੇ ਅੱਗੇ ਅਸੀਂ ਜਾ ਨਹੀਂ ਸਕਦੇ। ਸੋ ਬੇਸਿਕਲੀ ਜਦੋਂ BSF ਕੰਮ ਕਰ ਰਹੀ ਹੁੰਦੀ ਹੈ ਔਨ ਦ ਬਾਰਡਰ ਆਫ ਅ ਨਾਰਮਲ ਸਟੇਟ, ਉਹਦੇ ਕੋਲ ਕੋਈ ਐਸੇ ਸਪੈਸ਼ਲ ਪਾਵਰਸ ਨਹੀਂ ਹੁੰਦੇ ਜਿਹੜੇ ਡਿਸਟਰਬਡ ਏਰੀਆ ਐਕਟ ਜਾਂ ਆਰਮ ਫੋਰਸਿਸ ਸਪੈਸ਼ਲ ਪਾਵਰ ਐਕਟ ਦੇ ਥੱਲੇ ਹੋਣ। ਅਗਰ ਉਹ ਕਿਸੇ ਨੂੰ ਫੜ ਵੀ ਲੈਂਦੇ ਨੇ ਤੇ 24 ਘੰਟੇ ਦੇ ਵਿੱਚ ਉਹਨਾਂ ਨੂੰ ਪੁਲਿਸ ਨੂੰ ਵਾਪਸ ਦੇਣਾ ਪੈਂਦਾ ਹੈ, ਪੁਲਿਸ ਦੀ ਉਹਦੀ ਕਸਟਡੀ ਦੇਣੀ ਪੈਂਦੀ ਹੈ ਤੇ ਪੁਲਿਸ ਦੇ ਨਾਲ ਹੀ ਕੰਮ ਕਰਨਾ ਪੈਂਦਾ ਹੈ। So therefore, BSF except for carrying out their operational necessities, ਇਹਦੇ ਵਿੱਚ ਕੋਈ ਪਾਵਰ ਜਿਹੜੀ ਹੈ ਉਹ ਜ਼ਿਆਦਾ ਵੱਧ ਨਹੀਂ ਜਾਂਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਗਰ ਇੱਕ ਡਿਸੀਜਨ ਲਈ ਹੈ ਤੇ ਉਹ ਠੀਕ ਹੈ ਕਿ ਨਹੀਂ ਹੈ, ਇਹ ਮੇਰੇ ਹਿਸਾਬ ਨਾਲ ਤੇ ਸਿਰਫ ਜਿਹੜੇ ਡੋਮੇਨ ਐਕਸਪਰਟਸ ਨੇ ਉਹ ਹੀ ਦੱਸ ਸਕਦੇ ਨੇ। ਅਸੀਂ ਤੇ ਵੀ ਕੈਨ ਜਸਟ ਆਪਣੀਆਂ ਇਮੋਸ਼ਨਸ ਨੂੰ ਹੀ ਇੱਥੇ ਸਾਹਮਣੇ ਕਰ ਸਕਦੇ ਹਾਂ। ਅੱਛਾ ਜਸਵੰਤ ਸਿੰਘ ਜੀ, ਮੈਂ ਤੁਹਾਨੂੰ ਰੋਕਿਆ ਨਹੀਂ ਵਿੱਚ, ਹੁਣ ਦੋ ਤਿੰਨ ਸਵਾਲ ਜ਼ਰੂਰ ਨੇ ਮੇਰੇ। ਤੁਸੀਂ ਵਾਰ-ਵਾਰ ਐਕਸਪਰਟ ਦੀ ਗੱਲ ਕਰਦੇ ਹੋ, ਪਰ ਜਿਨ੍ਹਾਂ ਲੋਕਾਂ ਤੇ ਇਸ ਦਾ ਅਸਰ ਪੈਣਾ ਹੈ, ਜਿਹੜੇ ਲੋਕ ਇਹਦੇ ਨਾਲ ਪ੍ਰਭਾਵਿਤ ਹੋਣਗੇ, ਜਿਹੜੀ ਸਰਕਾਰ ਇਹਦੇ ਨਾਲ ਪ੍ਰਭਾਵਿਤ ਹੋਏਗੀ, ਉਹ ਗੱਲਾਂ ਤਾਂ ਆਮ ਲੋਕਾਂ ਦੀ ਡੋਮੇਨ ਦੇ ਵਿੱਚ ਆਉਂਦੀ ਹੈ ਨਾ। ਜੇ BSF ਦੇ ਅਧਿਕਾਰ ਖੇਤਰ ਵਧਾ ਰਹੇ ਆ ਤਾਂ ਉੱਥੇ ਬਾਰਡਰਾਂ ਤੇ ਰਹਿੰਦੇ ਲੋਕਾਂ ਤੇ ਅਸਰ ਪਏਗਾ। ਜੇ BSF ਦੇ ਅਧਿਕਾਰ ਖੇਤਰ ਵਧਾ ਰਹੇ ਆ ਤਾਂ ਪੰਜਾਬ ਸਰਕਾਰ ਦੇ ਅਧਿਕਾਰ ਖੇਤਰਾਂ ਦੇ ਵਿੱਚ ਸੇਂਧ ਲਾਈ ਜਾ ਰਹੀ ਹੈ, ਲਾਅ ਐਂਡ ਆਰਡਰ ਦਾ ਮਸਲਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਦੇਣਾ, ਸਿਰਫ ਇਹ ਕਹਿ ਕੇ ਕਿ ਇਹ ਟੈਕਨੀਕਲ ਚੀਜ਼ਾਂ ਨੇ, ਟੈਕਨੀਕਲ ਬੰਦੇ ਹੀ ਸਮਝ ਸਕਦੇ ਨੇ, ਪਰ ਇਹ ਅਧਿਕਾਰ ਖੇਤਰ ਤਾਂ ਪੰਜਾਬ ਸਰਕਾਰ ਦਾ ਹੈਗਾ ਨਾ। ਦੀ ਇਹ ਇੰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ ਕਿ ਘੱਟੋ ਘੱਟ ਇਹ ਚੀਜ਼ਾਂ ਸ਼ੇਅਰ ਕੀਤੀਆਂ ਜਾਂਦੀਆਂ ਸੂਬਾ ਸਰਕਾਰ ਦੇ ਨਾਲ ਕਿ ਹਾਂ ਅਸੀਂ ਆਹ ਚੀਜ਼ ਕਰਨ ਜਾ ਰਹੇ ਹਾਂ। ਪਹਿਲੀ ਗੱਲ। ਦੂਜੀ ਗੱਲ ਇਹ ਦੱਸੋ, ਵਾਰ-ਵਾਰ ਸਵਾਲ ਜਿਹੜੇ ਕੀਤੇ ਜਾ ਰਹੇ ਨੇ ਕਿ ਜੇ 15 ਕਿਲੋਮੀਟਰ ਦਾ ਏਰੀਆ ਤੁਹਾਨੂੰ ਦਿੱਤਾ ਹੋਇਆ, 15 ਕਿਲੋਮੀਟਰ ਦੇ ਵਿੱਚ ਲਗਾਤਾਰ ਫੇਲੀਅਰ ਸਾਬਤ ਹੋਈਆਂ ਇਹ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਤਾਂ ਇਹਦੇ ਪਿੱਛੇ 35 ਕਿਲੋਮੀਟਰ ਐਡ ਆਨ ਕਰਨ ਦਾ ਲੌਜਿਕ ਕੀ ਸਮਝ ਆਉਂਦਾ ਹੈ? ਤੀਜੀ ਗੱਲ, ਜੇ ਤੁਸੀਂ 15 ਤੋਂ 50 ਕਰ ਰਹੇ ਹੋ ਤਾਂ ਇਹਦਾ ਮਤਲਬ ਤੁਹਾਨੂੰ ਡਿਪਲੋਇਮੈਂਟ 3 ਗੁਣਾ ਨਫਰੀ ਕਰਨੀ ਪਏਗੀ। ਪੰਜਾਬ ਦੇ ਵਿੱਚ ਜਿਹੜੀ 15 ਕਿਲੋਮੀਟਰ ਦੇ ਵਿੱਚ ਨਫਰੀ ਹੈ, 35 ਕਿਲੋਮੀਟਰ ਐਡ ਆਨ ਕਰੋਗੇ, BSF ਦੀ ਘੱਟੋ ਘੱਟ 3 ਗੁਣਾ ਹੋਰ ਵੱਧ ਤੈਨਾਤੀ ਕਰਨੀ ਪਏਗੀ। ਯਾਨੀ ਕਿ ਪੰਜਾਬ ਦਾ ਅੱਧੇ ਤੋਂ ਵੱਧ ਦਾ ਹਿੱਸਾ ਜਿਹੜਾ ਹੈਗਾ ਉੱਥੇ BSF ਦੀ ਤੈਨਾਤੀ ਹੋ ਜਾਏਗੀ। ਹੁਣ ਇਹਦੇ ਪਿੱਛੇ ਕੀ ਲੌਜਿਕ ਸਮਝ ਆਉਂਦਾ? ਬਹੁਤ ਅੱਛੇ ਸਵਾਲ ਨੇ, ਬਹੁਤ ਅੱਛੇ ਸਵਾਲ ਨੇ। ਪਹਿਲੀ ਗੱਲ, ਜਿਹੜੀ ਤੁਸੀਂ ਪ੍ਰੋਬਲਮਸ ਦੀ ਗੱਲ ਕਰ ਰਹੇ ਹੋ, ਅੱਜ ਤੱਕ ਜਿਹੜੇ ਪਹਿਲੇ 15 ਕਿਲੋਮੀਟਰ ਦਾ ਏਰੀਆ ਸੀਗਾ ਉਹਦੇ ਵਿੱਚ ਅੱਜ ਤੱਕ ਮੈਂ ਕੋਈ ਐਸੀ ਗੱਲ ਨਹੀਂ ਸੁਣੀ ਕਿ ਉੱਥੇ ਜਿਹੜੇ ਬੰਦੇ ਰਹਿ ਰਹੇ ਨੇ ਉਹਨਾਂ ਨੇ BSF ਦੇ ਅਗੇਂਸਟ ਕੰਪਲੇਂਟ ਕੀਤਾ ਹੋਵੇ। ਜਸਵੰਤ ਸਿੰਘ ਜੀ, ਸੌਰੀ ਮੈਂ ਤੁਹਾਨੂੰ ਰੋਕ ਰਿਹਾ, ਸੌਰੀ ਰੋਕ ਰਿਹਾ। ਮੇਰੇ ਕੋਲ ਇੱਕ ਮਿੰਟ ਸਿਰਫ, ਮੇਰੇ ਕੋਲ ਘੱਟੋ ਘੱਟ 30 ਐਸੀਆਂ ਬਾਈਟਸ ਪਈਆਂ ਨੇ ਜਿਹੜੇ ਲੋਕ ਉੱਥੇ ਰਹਿੰਦੇ ਨੇ, ਜਿਹੜੇ ਮੁਸ਼ਕਲਾਂ ਦੇ ਵਿੱਚ ਨੇ। ਮੇਰੇ ਕੋਲ ਸਮਾਂ ਥੋੜਾ ਜਿਹਾ ਘੱਟ ਹੈ, ਮੈਂ ਚਲਾ ਨਹੀਂ ਪਰ ਮੈਂ ਚਲਾ ਵੀ ਦਿਆਂਗਾ। ਇਹ ਨਾ ਕਹੋ ਕਿ ਲੋਕਾਂ ਨੂੰ ਮੁਸ਼ਕਲਾਂ ਨਹੀਂ ਆਉਂਦੀਆਂ, ਉਹ ਉਹਨਾਂ ਦੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਨੇ। ਅੱਜ ਉਹਨਾਂ ਨੂੰ ਯਾਦ ਆਇਆ, ਮੈਨੂੰ ਪਹਿਲੇ ਨਹੀਂ ਸੀ ਯਾਦ ਆਇਆ। ਦੇਖੋ ਹਰਪ੍ਰੀਤ ਜੀ, ਮੈਂ ਉਹਨਾਂ ਬਾਰਡਰਸ ਦੇ ਉੱਤੇ ਰਿਹਾ ਹੋਇਆ ਵਾਂ, ਮੈਨੂੰ ਪਤਾ ਹੈ ਕਿ ਉੱਥੇ ਅੱਗੇ ਜਾਣ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ। ਉਹ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ BJP ਨੇ ਨਹੀਂ ਲਗਾਈਆਂ ਹੋਈਆਂ, ਬਹੁਤ ਦੇਰ ਦੀਆਂ ਰਿਸਟ੍ਰਿਕਸ਼ਨਸ ਨੇ, ਉਹ ਪਿਛਲੇ 40-50 ਸਾਲ ਦੀਆਂ ਰਿਸਟ੍ਰਿਕਸ਼ਨਸ ਨੇ। ਉਹ ਰਿਸਟ੍ਰਿਕਸ਼ਨ ਹੁਣ 50 ਕਿਲੋਮੀਟਰ ਚ ਲੱਗ ਜਾਣਗੇ, ਬਾਰਡਰ ਏਰੀਆ 15 ਦੀ ਬਜਾਏ 50 ਚ ਲੱਗਣਗੀਆਂ। ਹਰਪ੍ਰੀਤ ਜੀ, ਜਦੋਂ ਕੋਈ ਵੀ ਫੋਰਸ ਬਾਰਡਰ ਏਰੀਆ ਤੇ ਲੱਗੀ ਹੁੰਦੀ ਹੈ ਨਾ, ਤੇ ਉਹਨੂੰ ਉੱਥੇ ਫੰਕਸ਼ਨ ਨਹੀਂ ਕਰ ਸਕਦੀ ਜਦੋਂ ਤੱਕ ਉਹ ਵਿਨਿੰਗ ਆਫ ਹਾਰਟਸ ਐਂਡ ਮਾਈਂਡਸ ਨਾ ਕਰੇ ਵੈਨ। ਤੇ BSF ਅਗਰ ਉਹਨਾਂ ਨੂੰ ਤਕਲੀਫ ਦਿੰਦੀ ਹੈ ਤੇ BSF ਉਹਨਾਂ ਦੀਆਂ ਬਹੁਤ ਤਕਲੀਫਾਂ ਨੂੰ ਸੰਭਾਲਦੀ ਵੀ ਹੈ। ਸੋ ਇਟ ਇਜ਼ ਔਨ ਬੋਥ ਸਾਈਡਸ। ਤੇ ਜਿਹੜੇ ਮਤਲਬ ਮੈਂ ਦੁਬਾਰਾ ਕਹਿੰਦਾ, ਅਗਰ 15 ਕਿਲੋਮੀਟਰ ਦੇ ਵਿੱਚ ਪਿਛਲੇ 50 ਸਾਲ ਨਿਕਲ ਗਏ ਤੇ ਉਹਦੇ ਚ ਹੁਣ 35 ਕਿਲੋਮੀਟਰ ਦੇ ਵਿੱਚ ਏਡੀ ਜ਼ਿਆਦਾ ਮਤਲਬ ਤਕਲੀਫਾਂ ਕੀ ਹੋ ਜਾਣਗੀਆਂ? ਨੰਬਰ 1। ਨੰਬਰ 2, ਹਜੇ ਤੱਕ ਵੀ BSF ਦਾ ਜਿਹੜਾ ਮੇਜਰ ਐਕਸ਼ਨ ਹੈ ਉਹ ਬਾਰਡਰ ਦੇ ਉੱਤੇ ਹੀ ਹੋਏਗਾ। ਜਿਹੜਾ ਪਿਛਲੇ ਵਾਲਾ ਏਰੀਆ ਹੈ ਉਹ ਇਟ ਇਜ਼ ਸਮਥਿੰਗ ਲਾਈਕ ਫਾਸਟ ਪਰਸੂਟ, ਕਿ ਅਗਰ ਬੰਦਾ ਉੱਥੋਂ ਦੀ ਨਿਕਲ ਜਾਏਗਾ ਤੇ ਉਹਦੇ ਪਿੱਛੇ ਪੈਣਾ, ਇਹ ਤੁਸੀਂ ਬਹੁਤ ਉੱਥੇ ਕਰਦੇ ਹੋ, J&K ਦੀਆਂ ਕਰਦੇ ਹੋ, ਕਿ ਜਦੋਂ ਇਨਫਿਲਟ੍ਰੇਸ਼ਨ ਹੋ ਜਾਂਦੀ ਹੈ ਤੇ ਉਹਦੇ ਪਿੱਛੇ ਗ੍ਰਿਡ ਹੁੰਦਾ ਹੈ ਜਿੱਥੇ ਤੁਸੀਂ ਉਹਨਾਂ ਨੂੰ ਛੁਪਾ ਲੈਂਦੇ ਹੋ। ਤੇ ਉਹੀ ਸਿਸਟਮ ਦੇ ਨਾਲ ਚਲੋ ਮੈਨੂੰ ਹੁਣ ਥੋੜਾ ਜਿਹਾ ਟਾਈਮ ਦੇ ਦਿਓ, ਮੈਂ ਤੁਹਾਡੀਆਂ ਸੁੱਟ ਦਿੱਤਾ ਹੈ। ਤੁਹਾਡੇ ਵਰਗੇ ਮੈਂ ਇੱਕ ਮਿੰਟ ਸੁਣੋ ਨਾ ਜਸਵੰਤ ਸਿੰਘ ਜੀ, ਤੁਹਾਡੇ ਵਰਗੇ ਸੀਨੀਅਰ ਜਿਹੜੇ ਆਫੀਸਰਸ ਰਹੇ ਨੇ ਉਹਨਾਂ ਨਾਲ ਡਿਬੇਟਸ ਕਰਕੇ ਥੋੜੀ ਜਿਹੀ ਅਕਲ ਸਾਨੂੰ ਵੀ ਆ ਗਈ ਹੈ। ਜੇ 15 ਕਿਲੋਮੀਟਰ BSF ਨੂੰ ਦਿੱਤਾ ਪਿਆ, ਜੇ ਕੋਈ ਬੰਦਾ ਭੱਜ ਰਿਹਾ ਉਹਦਾ ਪਿੱਛਾ ਕਰਨ ਲੱਗਿਆ, ਕਿਹੜੀ ਪੰਜਾਬ ਪੁਲਿਸ ਉਹਨਾਂ ਨੂੰ ਮਨਾ ਕਰੇਗੀ ਕਿ ਨਹੀਂ ਤੁਸੀਂ 15 ਕਿਲੋਮੀਟਰ ਤੱਕ ਪਿੱਛਾ ਕਰ ਸਕਦੇ ਹੋ, 15 ਕਿਲੋਮੀਟਰ ਤੋਂ ਬਾਅਦ ਨਹੀਂ ਆਣਾ?
ਇਹ ਸਾਰੀਆਂ there is ਚੀਜ਼ਾਂ a jurisdiction ਹਾਂ, problem. ਇੱਕ ਮਿੰਟ ਆ There is always a- ਉਹ ਤਾਂ there is always a ਦੋਵੇਂ ਪਾਸੋਂ ਹੋਏਗੀ jurisdiction ਨਾ, problem. ਜੁਡੀਸ਼ੀਅਲ ਪ੍ਰੋਬਲਮ ਇਹ ਦੋਵੇਂ ਜਿਹੜੀ- ਪਾਸੋਂ ਇਹ ਹੋਏਗੀ। problem ਜਿਹੜੀ ਹੈ, ਅੱਜ ਪੰਜਾਬ insurgency ਪੁਲਿਸ areas ਇੱਕ ਮਿੰਟ ਦੇ ਉਸ ਵਿੱਚ ਏਰੀਆ ਦੇ ਵਿੱਚ reserved area act ਜਵਾਨ ਹੋ ਸਿੰਘ ਜਾਂਦੀ ਜੀ ਹੈ। 50 ਕਿਲੋਮੀਟਰ ਏਰੀਆ ਦੇ ਵਿੱਚ ਪੰਜਾਬ ਪੁਲਿਸ ਤੋਂ ਅਸੀਂ ਨਹੀਂ, ਸਵਾਲ ਸਾਰੇ ਪੁੱਛਾਂਗੇ, operation ਜਿਹੜੇ ਉਹ ਨੇ ਕਹਿਣਗੇ ਜੀ ਇਹ ਤਾਂ ਬੀਐਸਐਫ ਦੇ ਅੰਡਰ ਆਉਂਦਾ ਏਰੀਆ। ਪੰਜਾਬ ਪੁਲਿਸ ਪੰਜਾਬ ਪੁਲਿਸ ਇਹ ਕਹਿੰਦੀ ਹੈ ਕਿ ਉਹ ਬੀਐਸਐਫ ਦੇ ਅੰਡਰ ਆਉਂਦਾ ਹੈ। ਕਿਹਾ ਸੀਗਾ ਕਿ ਇੱਥੇ ਬੈਸਟ ਹੁੰਦਾ ਅਗਰ ਚਲੋ ਇੱਕ ਇੱਥੇ ਮਿੰਟ ਆ ਗਿਆ domain ਮੈਂ, ਹਾਂਜੀ expert ਆ ਕਾਲੂ ਜਾਂਦਾ। ਸਾਹਿਬ, ਕਾਲੂ ਸਾਹਿਬ ਮੈਂ There are no ਦੱਸਣਾ domain ਚਾਹੁੰਦਾ experts ਇੱਕ ਇੱਥੇ ਮਿੰਟ, ਸਾਰੇ, ਕਾਲੂ ਸਾਹਿਬ। everybody over here is, ਦੇਖੋ politically oriented. ਟੋਟਲ ਇੰਟਰਨੈਸ਼ਨਲ ਬਾਰਡਰ ਜਿਹੜਾ ਪੰਜਾਬ ਦਾ 553 ਕਿਲੋਮੀਟਰ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਾਰਡਰ ਸੀਲ ਕਰਨ ਦੀ, ਉੱਥੇ ਦਰਿਆ ਵੀ ਵਗਦਾ ਰਾਵੀ, ਤੇ ਉੱਥੇ ਕੀ ਹੈ ਕਿ ਜਿਹੜੀਆਂ ਪੋਸਟ ਲਿਖੀਆਂ ਨੇ ਉਹਨਾਂ ਦੇ ਵਿੱਚ ਪੈਟਰੋਲਿੰਗ ਕਰਨੀ ਪੈਂਦੀ ਹੈ ਆਪਣੇ ਆਪ ਜੁਆਇੰਟ ਐਕਸ਼ਨ ਵਾਸਤੇ। ਜੇ ਉਹੋ ਹੀ ਏਰੀਆ ਜਿਹੜਾ ਵੰਡਿਆ, ਜਿੰਨੀਆਂ ਵੀ ਪੋਸਟ ਉੱਥੇ ਹੈਗੀਆਂ, ਚੌਂਕੀਆਂ ਹੈਗੀਆਂ ਨੇ, ਉਹੋ ਹੀ ਸਾਂਭ ਲੈਣ ਤੇ ਬਹੁਤ ਹੈ। ਮੈਂ ਜਿੱਦਾਂ ਗੱਲ ਕੀਤੀ ਹੈ, ਮੈਂ ਪਿੱਛੇ ਤੇ ਕਰਨੀ ਆਉਣਾ ਚਾਹੁੰਦਾ, ਕਿਉਂਕਿ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹ ਬੀਐਸਐਫ ਪਿੱਛੇ ਆ ਕੇ ਨਹੀਂ ਨਿਭਾ ਸਕਦੀ। ਜੇ ਉੱਥੇ ਨਹੀਂ ਚੈੱਕ ਕਰ ਸਕਦੇ ਤੇ ਪਿੱਛੇ ਕਰਨਗੇ। ਦੂਜੀ ਗੱਲ, ਵਲਟੋਆ ਸਾਹਿਬ ਦੇ ਨਾਲ ਮੈਂ ਉਸ ਇਲਾਕੇ ਸਾਰਾ ਘੁੰਮਿਆ, ਇੱਥੇ ਬੈਠੇ ਨਾਲ ਦੇਖੋ ਉਹਨਾਂ ਦੀਆਂ ਮੁਸ਼ਕਲਾਂ ਬਹੁਤ ਨੇ। ਇਸ ਵੇਲੇ ਪਾਵਰ ਕੱਟ ਵੀ ਲੱਗ ਰਹੀ ਹੈ, ਉਹਨਾਂ ਨੂੰ ਪਹਿਲਾਂ ਹੀ ਟਾਈਮ ਘੱਟ ਮਿਲਦਾ, ਖੇਤੀ ਤੇ ਅੱਗੇ ਵੀ ਹੈ ਤੇ ਪਿੱਛੇ ਵੀ ਹੈ, ਨੁਕਸਾਨ ਹੋ ਰਿਹਾ। ਇਹ ਚੀਜ਼ਾਂ ਉਹ ਬਹੁਤ ਪਰੇਸ਼ਾਨ ਨੇ। ਜੇ ਕਹਿ ਦੇਣਾ ਕੋਈ ਪਰੇਸ਼ਾਨ ਨਹੀਂ, ਇਹ ਬਿਲਕੁਲ ਗਲਤ ਗੱਲ ਹੋਏਗੀ। ਉਹਨਾਂ ਦੀਆਂ ਸਮੱਸਿਆ ਇੱਕ ਪਾਸੇ ਤੇ ਉਹ ਦਿੱਲੀ ਬਾਰਡਰ ਤੇ ਬੈਠੇ ਨੇ, ਉਹਨਾਂ ਦੇ ਬੱਚੇ ਉੱਥੇ ਫੌਜ ਚ ਰਖਵਾਲੀ ਕਰ ਰਹੇ ਨੇ ਦੇਸ਼ ਸ਼ਹੀਦ ਹੁੰਦੇ ਨੇ। ਇੱਥੇ ਉਹਨਾਂ ਨੇ ਇੱਥੇ ਪਰੇਸ਼ਾਨੀਆਂ ਦਾ ਸਾਰਾ ਸਾਹਮਣਾ ਕਰਨਾ ਪੈ ਰਿਹਾ। ਆ ਬਿਜਲੀ ਦੇ ਦੇਖੋ ਕਿੰਨੀ ਕੱਟ ਲੱਗਦੀ ਹੈ, ਉਹ ਦੇਖੋ ਕਿਤੇ ਉਹ ਸੁੰਡੀ ਲੱਗ ਗਈ ਹੈ ਉੱਥੇ ਕਪਾਹ ਨੂੰ, ਉੱਥੇ ਉਹ ਕਈ ਸਮੱਸਿਆ ਹੈਗੀਆਂ ਨੇ। ਤੇ ਸਾਰੇ ਜਿਹੜਾ ਜਿੰਨਾ ਵੀ ਇਲਾਕਾ ਹੈ, ਇਹ ਅਗਰ ਇਹ ਬੀਐਸਐਫ ਦੇ ਥੱਲੇ ਆ ਰਿਹਾ, ਉਹ ਤੇ ਡਿਊਟੀ ਆਪਣੀ ਪਹਿਲੇ ਕਰਨ 'ਚ ਬੜੀਆਂ ਸਮੱਸਿਆ ਨੇ। ਅਸੀਂ ਨਹੀਂ ਸਮਝਦੇ, ਸਾਨੂੰ ਪਤਾ ਹੈ ਜਦੋਂ ਆਪਰੇਸ਼ਨਲ ਹੁੰਦੀ ਹੈ ਲੜਾਈ, ਉਦੋਂ ਬੀਐਸਐਫ ਫੌਜ ਦੇ ਅਧਿਕਾਰ ਥੱਲੇ ਆਉਂਦੀ ਹੈ, ਸਾਡੇ ਥੱਲੇ ਆਈ ਹੈ, ਅਸੀਂ ਲੰਘਾਂ ਲੜੀਆਂ ਨੇ। ਇਹ ਕਹਿ ਦੇਣਾ ਕਿ ਨਹੀਂ ਬੀਐਸਐਫ ਜਿਹੜੀ ਹੈ ਕਿ ਉਹ ਕੇਪੇਬਲ ਹੈ, ਇਹ ਪੰਜਾਬ ਜਿਹੜੀ ਸਟੇਟ ਪੁਲਿਸ ਹੈ, ਭਾਵੇਂ ਰਾਜਸਥਾਨ ਦੀ ਹੋਵੇ, ਗੁਜਰਾਤ ਦੀ ਹੋਵੇ, ਉਹਦਾ ਫਰਜ਼ ਬਣਦਾ ਹੈ ਉਹਨੂੰ ਨਾਲ ਮਿਲ ਕੇ ਲਿਜਾ ਕੇ ਇੰਟੈਲੀਜੈਂਸੀ ਨੇ ਜੇ ਕੋਈ ਰੇਡ ਕਰਨੀ ਹੈ, ਜੇ ਕੋਈ ਪਿੱਛੇ ਆ ਕੇ, ਨਹੀਂ ਤੇ ਖਾਮ ਪਰੇਸ਼ਾਨ ਕਰਨਗੇ। ਉੱਥੇ ਧਾਰਮਿਕ ਸਥਾਨ ਨੇ ਇਹਨਾਂ ਸਾਰੇ ਸ਼ਹਿਰਾਂ 'ਚ, ਉੱਥੇ ਹੋਰ ਜਗ੍ਹਾ ਨੇ, ਤੇ ਉੱਥੇ ਆ ਕੇ ਸੰਸਥਾਵਾਂ ਨੇ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾਏਗਾ, ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾਏਗਾ। ਇਹੋ ਗੱਲ ਹੋਏਗੀ। ਇਸ ਨੂੰ ਸਮਝਣਾ ਹੁਣੇ ਲੋੜ ਹੈਗੀ ਹੈ। ਆ ਜਿੰਨੇ ਸਿਆਸਤਦਾਨ ਬੈਠੇ ਨੇ, ਇਹ ਮਿਲ ਕੇ ਹੁਣੇ ਹੰਬਾ ਮਾਰਨ, ਹੁਣੇ ਇਹ ਪ੍ਰੋਜੈਕਟ ਕਰਨ ਕੇਂਦਰ ਸਰਕਾਰ ਨੂੰ ਕਿ ਅੱਗੋਂ ਜਿਹੜੇ ਉਹਨੇ ਐਗਜ਼ੈਕਟਿਵ ਆਰਡਰ ਦੇਣੇ ਨੇ ਉਹ ਨਾ ਦੇਣ। ਇਹਦਾ ਬੁਰਾ ਪ੍ਰਭਾਵ ਕਿਉਂਕਿ ਪਏਗਾ। ਅਸੀਂ ਹਾਲਾਤ ਦੇਖ ਚੁੱਕੇ ਹਾਂ, ਹਾਲਾਤ ਪੰਜਾਬ ਵਿੱਚ ਭੁਗਤ ਚੁੱਕਾ ਹੈ ਔਰ ਸਾਡੇ ਸਾਹਮਣੇ ਕਸ਼ਮੀਰ ਵੀ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਇਹ ਹਾਲਾਤਾਂ ਤੋਂ ਸਮਝਣ ਦੀ ਜ਼ਰੂਰਤ ਪਏਗੀ ਸਾਨੂੰ। ਪਿਆਰ ਨਾਲ ਗਰਗ ਸਾਹਿਬ ਕੋਲ ਜਾਵਾਂਗੇ। ਮੈਂ ਵਲਟੋਆ ਸਾਹਿਬ ਇੱਕ ਮਿੰਟ ਆਇਆ, ਗਰਗ ਸਾਹਿਬ ਦੀ ਪਹਿਲਾਂ ਆਵਾਜ਼ ਕੱਟ ਗਈ ਸੀ। ਗਰਗ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਗਰਗ ਸਾਹਿਬ, ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਸਰਕਾਰ ਦੇ ਹੁਣ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਕਿ ਇਸ ਦੇ ਖਿਲਾਫ ਕੁਝ ਆਵਾਜ਼ ਚੁੱਕੀ ਜਾਵੇ। ਜੇ ਆਵਾਜ਼ ਚੁੱਕੀ ਜਾਂਦੀ ਹੈ ਤਾਂ ਕੋਈ ਅਸਰ ਹੋਏਗਾ, ਕੋਈ ਫਰਕ ਪਏਗਾ? ਬਾਲੀ ਸਾਹਿਬ ਕਹਿੰਦੇ ਅਸੀਂ ਤਾਂ ਇਹ ਕਹਿ ਕੇ ਆਏ ਸੀਗੇ ਸੀਐਮ ਸਾਹਿਬ ਕਿ ਤੁਸੀਂ ਬਾਰਡਰ ਟਾਈਟ ਕਰੋ, ਪਰ ਇਹ ਤਾਂ ਪੁੱਠਾ ਹੀ ਹੋ ਗਿਆ ਕੰਮ। ਦੇਖੋ, ਦੋ ਬੁਲਾਰੇ ਬਾਲੀ ਸਾਹਿਬ ਔਰ ਇੱਕ ਜਿਹੜੇ ਬਾਅਦ ਚ ਬੋਲੇ ਨੇ, ਇਹ ਮੈਨੂੰ ਲੱਗਦਾ ਵੀ ਗੋਂਗਲੋਂ ਤੋਂ ਮਿੱਟੀ ਝਾੜਨ ਦੀ ਗੱਲ ਹੈ। ਪੰਜਾਬ ਦੇ ਵਿੱਚ ਜਦ ਤੁਸੀਂ 50 ਕਿਲੋਮੀਟਰ ਤੱਕ ਜਿਹੜੀ ਸਿਰਫ ਸਰਹੱਦੀ ਖੇਤਰ ਵਾਸਤੇ ਫੋਰਸ ਭਰਤੀ ਕਰੀ ਹੈ, ਉਹਨੂੰ ਤੁਸੀਂ ਜਿਹੜਾ ਰਿਹਾਇਸ਼ੀ ਖੇਤਰ ਹੈ ਉਹ 'ਚ ਭੇਜਤਾ। 50 ਕਿਲੋਮੀਟਰ ਰਿਹਾਇਸ਼ੀ ਖੇਤਰ ਹੈ ਸਾਰਾ ਉਹ। ਸੋ ਸਰਹੱਦ ਦੀ ਪਹਿਲਾਂ ਤਾਂ ਉਹਦਾ ਨਾਮ ਹੀ ਗਲਤ ਹੈ। ਜੇ ਬਾਰਡਰ ਸਿਕਿਉਰਿਟੀ ਫੋਰਸ ਹੈ ਤੇ ਕਪੂਰਥਲਾ ਤਾਂ ਬਾਰਡਰ ਨਹੀਂ ਨਾ, ਬਿਆਸ ਤਾਂ ਬਾਰਡਰ ਨਹੀਂ ਨਾ, ਜੰਡਿਆਲਾ ਤਾਂ ਬਾਰਡਰ ਨਹੀਂ ਨਾ। ਸੋ ਇਸ ਕਰਕੇ ਇਹ ਗਲਤ ਹੈ। ਦੂਜੀ ਗੱਲ, ਜਿਵੇਂ ਕਾਲੋਂ ਸਾਹਿਬ ਨੇ ਕਿਹਾ, ਮੈਂ ਕਹਿੰਦਾ 100% ਹੈ ਕਿ ਲੋਕਾਂ ਨੂੰ, ਬੱਚਿਆਂ ਨੂੰ, ਜਨਾਨੀਆਂ ਨੂੰ, ਜਿਹਨੂੰ ਮਰਜ਼ੀ ਫੜ ਕੇ, ਨੌਜਵਾਨਾਂ ਨੂੰ ਤੰਗ ਕਰਨਗੇ। ਤੇ ਇੱਥੇ ਨਸ਼ਾ ਤਸਕਰ ਆ ਗਿਆ ਜੀ, ਇੱਥੇ ਅੱਤਵਾਦੀ ਆ ਗਿਆ ਜੀ, ਇੱਥੇ ਖਾਲਿਸਤਾਨੀ ਆ ਗਿਆ ਜੀ, ਇੱਥੇ ISI ਦਾ ਏਜੰਟ ਆ ਗਿਆ ਜੀ, ਜਿਹੜੀ ਮਰਜ਼ੀ ਗੱਲ ਕਹਿ ਦੇਣਗੇ, ਖਾਤੇ ਹੀ ਪਾਉਣਾ ਨਾ। ਮੈਂ ਰੋਜ਼ ਪੁਲਿਸ ਦਾ ਹਾਲ ਦੇਖਦਾ। ਮੈਂ ਇਸ ਬਾਰਡਰ ਏਰੀਏ 'ਚ ਰਿਹਾ 5-7 ਸਾਲ ਤੇ ਬਲੂ ਸਟਾਰ ਵੇਲੇ। ਉਦੋਂ ਮੈਂ ਦੇਖਿਆ ਵੀ ਪੁਲਿਸ ਤੇ ਇਹ ਫੌਜ ਦੇ ਜਿਹੜੇ CRP ਸੀ, ਜਿਹੜੇ BSF ਸੀ, ਉਦੋਂ ਕੀ ਕਰਦੀ ਸੀ ਉਹ ਮੇਰੇ ਸਾਹਮਣੇ। ਕਿਉਂਕਿ ਸਾਡੇ ਕੋਲ ਕੇਸ ਬਹੁਤ ਆਉਂਦੇ। ਇਹ ਪੰਜਾਬ ਦਾ ਭੱਠਾ ਬਿਠਾਉਣ ਦੀ ਗੱਲ ਹੈ, ਪੰਜਾਬ ਦੇ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਗੱਲ ਹੈ। ਜੇ ਸਰਕਾਰ ਨੂੰ, ਕੇਂਦਰ ਦੀ ਨੂੰ ਪੁੱਛਿਆ ਜਾਵੇ, ਦੋ ਸਵਾਲ ਮੈਂ ਪੁੱਛ ਕੇ ਆਪਣੀ ਗੱਲ ਖਤਮ ਕਰਾਂਗਾ। JNK 'ਚ ਪਿਛਲੇ 2 ਸਾਲ ਤੋਂ ਕੇਂਦਰ ਦਾ ਰਾਜ ਹੈ, ਸਾਰਾ ਨੈੱਟ ਬੰਦ, ਪੱਤਰਕਾਰ ਬੰਦ, ਫਲਾਣਾ ਬੰਦ। ਉੱਥੇ ਕਿੰਨਾ ਕਿ ਇਹਨਾਂ ਨੇ ਸ਼ਾਂਤੀ ਕਰ ਲਈ, ਕਿੰਨਾ ਕੁ ਰੋਕ ਲਿਆ। ਆ ਹੁਣੀ ਸਾਡੇ ਜਵਾਨ ਸ਼ਹੀਦ ਹੋਏ ਨੇ, 4 ਸਿੱਖ ਨੇ, ਉਹਨਾਂ 'ਚੋਂ 3 ਪੰਜਾਬੀ ਨੇ, 1 ਨੌਨ ਪੰਜਾਬੀ ਸਿੱਖ ਹੈ। ਇਹ ਅਸੀਂ ਸ਼ਹੀਦ ਹੋ ਰਹੇ ਹਾਂ ਉੱਥੇ। ਦੂਜੇ ਪਾਸੇ ਸਲਵਿੰਦਰ ਸਿੰਘ ਵਾਲਾ ਕੇਸ ਸਭ ਨੂੰ ਪਤਾ ਹੈ, ਉਹ ਵਿੱਚ ਨਾਲ ਰਲਿਆ ਹੋਇਆ ਸੀ। ਦਵਿੰਦਰ ਸਿੰਘ ਵਾਲਾ ਕੇਸ ਸਭ ਨੂੰ ਪਤਾ ਹੈ ਕਿ ਉਹ ਟੈਰਰਿਸਟਾਂ ਨੂੰ ਨਾਲ ਲੈ ਕੇ ਜਾ ਰਿਹਾ ਸੀ। ਸੋ ਜੇ ਇਹਨਾਂ ਤੋਂ ਆਪਦੇ 15 ਕਿਲੋਮੀਟਰ 'ਚ ਨਹੀਂ ਸਮਝਦਾ ਤੇ 50 'ਚ ਕਿੱਥੋਂ ਸਾਂਭ ਲੈਣਗੇ? ਇਹ ਤਾਂ ਉਲਟੀ ਗੱਲ ਹੈ। ਕਹਿੰਦੇ ਉਹ ਫਿਰ
ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ। ਹੁਣ ਅਸੀਂ ਤਾਂ ਕਹਿੰਦੇ ਸੀ 15 ਕਿਲੋਮੀਟਰ 'ਚ ਤੁਸੀਂ ਸਾਨੂੰ ਤੰਗ ਕਰਦੇ ਹੋ, ਇਹ ਤੰਗੀ ਘਟਾਓ, ਆਪਦਾ ਉਂਝ ਚੌਕਸੀ ਸਖਤ ਕਰੋ। ਇਹ ਉਲਟਾ ਕਰਤਾ ਵੀ ਚੌਕਸੀ ਸਖਤ ਨਹੀਂ ਕਰਨੀ, ਬੰਦੇ ਸਾਡੇ ਕੋਲ ਉਨੇ ਕੀ ਨੇ, ਪਰ ਅਸੀਂ ਤਾਂ 50 ਕਿਲੋਮੀਟਰ ਤੇ ਰਾਜ ਕਰਨਾ ਹੈ। ਇਹ ਅਸਲ 'ਚ ਪੰਜਾਬ ਨੂੰ ਵੰਡ ਕੇ, ਮੈਂ ਇੱਕ ਜਗ੍ਹਾ ਤੇ ਕਿਹਾ ਸੀ, ਮੈਂ ਫੇਰ ਕਹਿਣਾ, ਇਹ ਸਰਕਾਰ ਦੀ, ਕੇਂਦਰ ਦੀ ਇੱਕ ਚਾਲ ਹੈ। ਕਿਉਂਕਿ ਜਿਹੜਾ ਵਿਦਰੋਹ ਉੱਠਿਆ, ਚਾਹੇ ਉਹ ਐਮਰਜੈਂਸੀ ਦੇ ਵਿਰੁੱਧ ਉੱਠਿਆ, ਚਾਹੇ ਉਹ ਕਿਸਾਨੀ ਬਿੱਲਾਂ ਦੇ, ਉਹ ਪੰਜਾਬ 'ਚ ਉੱਠਦਾ ਹੈ। ਇਹ ਸਿੱਖਾਂ ਨੂੰ, ਪੰਜਾਬੀਆਂ ਨੂੰ ਆਈਸੋਲੇਟ ਕਰਨ ਦੀ ਚਾਲ ਹੈ। ਬਾਕੀਆਂ ਦਾ ਤਾਂ ਨਾਮ ਹੈ, ਨਿਸ਼ਾਨਾ ਕਿਤੇ ਹੋਰ ਹੈ, ਨਜ਼ਰਾਂ ਕਿਤੇ ਹੋਰ ਨੇ। ਇਹ ਦਿਖਾਵਾ ਕਰਿਆ ਇਹ ਪੰਜਾਬੀਆਂ ਨੂੰ। ਮੈਂ ਅੱਜ ਕਹਿਣਾ, ਡਿਫੈਂਸ 'ਚ ਨਾ ਪੈਣ ਵਾਦੀ ਸਾਹਿਬ, ਕਾਂਗਰਸ ਨੂੰ ਡਿਫੈਂਸ ਕਰਨ ਦੀ ਕੋਈ ਲੋੜ ਨਹੀਂ, ਕਰਨ ਜੋ ਹੋ ਗਿਆ ਹੋ ਗਿਆ। ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਧਰਮ ਤੋਂ, ਜਾਤ ਤੋਂ, ਪਾਰਟੀ ਤੋਂ ਉੱਪਰ ਉੱਠ ਕੇ ਇਹ ਗੱਲ ਦੇ ਉੱਤੇ ਪੈ ਜਾਣਾ ਚਾਹੀਦਾ। ਨਹੀਂ ਪੰਜਾਬ ਗਿਆ, ਮੈਨੂੰ ਅੱਜ ਇਹ ਲੱਗਦਾ। ਕੇਂਦਰ ਦੇ ਮਨਸੂਬੇ ਮਾੜੇ ਨੇ, ਨੌਜਵਾਨਾਂ ਨੂੰ ਫੜ ਫੜ ਕੇ ਅੰਦਰ ਕਰਨਗੇ, ਗੋਲੀਆਂ ਮਾਰਨਗੇ। ਮੈਂ ਤੁਹਾਨੂੰ ਅੱਜ ਦੱਸਦਾ। ਬਿਲਕੁਲ ਠੀਕ ਹੈ। ਵਲਟੋਆ ਸਾਹਿਬ ਕੋਲ ਚਲਦੇ ਹਾਂ। ਵਲਟੋਆ ਸਾਹਿਬ, ਹੁਣ ਸਵਾਲ ਇਹ ਖੜਾ ਹੁੰਦਾ ਹੈ, ਅਸੀਂ ਸਵਾਲ ਤਾਂ ਇਹ ਸਾਰੇ ਚੁੱਕ ਰਹੇ ਹਾਂ ਕਿ ਜੁਡੀਸ਼ੀਅਲ ਵਧਾ ਦਿੱਤੀ ਗਈ, ਅਧਿਕਾਰ ਖੇਤਰ ਵਧਾ ਦਿੱਤਾ ਗਿਆ। ਜਿਹੜਾ ਲੌਜਿਕ, ਦੋ ਚੀਜ਼ਾਂ ਸਮਝਣੀਆਂ ਪੈਣੀਆਂ ਕਿ ਸੈਂਟਰ ਗਵਰਨਮੈਂਟ ਲੌਜਿਕ ਲਗਾਤਾਰ ਇਹ ਦੇ ਰਹੀ ਹੈ ਕਿ ਇਹ ਸਾਰਾ ਕੁਝ ਰੋਕਣ ਦੇ ਲਈ ਅਸੀਂ ਇਹ ਸਭ ਕੁਝ ਟਾਈਟ ਕਰ ਰਹੇ ਹਾਂ, ਟਾਈਟ ਕਰਨ ਦੇ ਲਈ ਸਾਨੂੰ ਨਫਰੀ ਵਧਾਉਣੀ ਪੈਣੀ ਹੈ। ਜੇ ਤੁਹਾਨੂੰ ਇਹ ਲੌਜਿਕ ਨਜ਼ਰ ਨਹੀਂ ਆਉਂਦਾ, ਤੁਹਾਨੂੰ ਇਹ ਲੌਜਿਕ ਠੀਕ ਨਹੀਂ ਨਜ਼ਰ ਆਉਂਦਾ, ਫਿਰ ਤੁਹਾਨੂੰ ਇਹਦੇ ਪਿੱਛੇ ਮਨਸ਼ਾ ਕੀ ਨਜ਼ਰ ਆਉਂਦੀ ਹੈ? ਦੇਖੋ ਹਰਪ੍ਰੀਤ ਜੀ, ਬੜੀ ਸਪਸ਼ਟ ਜੀ ਮਨਸ਼ਾ ਆ ਕਿ ਸਿੱਧਾ ਸੂਬਿਆਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਉੱਤੇ ਡਾਕਾ ਤੇ ਉਹਨਾਂ ਤੇ ਦਖਲਅੰਦਾਜ਼ੀ। ਦੇਖੋ ਕੁਝ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਮੁੱਚੇ ਦੇਸ਼ ਦੇ ਅੰਦਰ ਵੱਧ ਅਧਿਕਾਰਾਂ ਦੀ ਲੜਾਈ ਲੜੀ ਸੀ। ਬੜਾ ਧਰਮ ਯੁੱਧ ਮੋਰਚਾ, ਜਿਹਦੇ ਵਿੱਚ ਲੱਖਾਂ ਲੋਕ ਜੇਲ੍ਹਾਂ 'ਚ ਗਏ ਸੀਗੇ ਜੀ। ਤੇ ਉਦੋਂ ਜਿਹੜੇ ਨੇ ਵੱਖ-ਵੱਖ ਹੋਰ ਪਾਰਟੀਆਂ ਜਾਂ ਵੱਖ-ਵੱਖ ਹੋਰ ਧਿਰਾਂ ਜਿਹੜੀਆਂ ਨੇ ਕਿੰਤੂ ਪਰੰਤੂ ਕਰਦੀਆਂ ਸੀ ਕਿ ਰਾਜਾਂ ਨੂੰ ਵੱਧ ਅਧਿਕਾਰ ਦੇਣਾ, ਇਹਦਾ ਮਤਲਬ ਕੇਂਦਰ ਨੂੰ ਕਮਜ਼ੋਰ ਕਰਨਾ। ਵੱਧ ਅਧਿਕਾਰ ਮਿਲਣੇ ਤੇ ਕਿਧਰੇ ਰਹਿ ਕੇ ਜਿਹੜੇ ਅਧਿਕਾਰ ਸੀਗੇ ਸਟੇਟਾਂ ਕੋਲੇ, ਉਹ ਵੀ ਖੋਏ ਜਾ ਰਹੇ। ਹੁਣ ਕਿਸਾਨੀ ਬਾਰੇ 3 ਬਿੱਲ ਪਾਸ ਕੀਤੇ ਨੇ ਜੀ। ਇਹ ਸਿੱਧਾ ਖੇਤੀ ਸਬਜੈਕਟ ਆ, ਪਰ ਅਸਿੱਧੇ ਤਰੀਕੇ ਨਾਲ ਇਨਡਾਇਰੈਕਟਲੀ ਇਹ ਟ੍ਰੇਡ ਐਂਡ ਕਮਰਸ ਪਾਸ ਕਰਤੇ। ਹੁਣ ਜਿਹੜਾ ਆ 50 ਕਿਲੋਮੀਟਰ ਤੱਕ BSF ਨੂੰ ਟੋਟਲ ਅਧਿਕਾਰ ਦੇਤੇ, ਜਿਹੜੇ ਕਿ ਉਹਦੇ ਕੋਲ ਪਹਿਲੋਂ ਅਧਿਕਾਰ ਹੈ ਨਹੀਂ ਸੀਗੇ। ਅਧਿਕਾਰ ਦੇਤੇ, ਜਿਸ ਤਰ੍ਹਾਂ ਮੈਂ ਪਹਿਲੋਂ ਗੱਲ ਕੀਤੀ ਹੈ, ਤਲਾਸ਼ੀ ਦੇ, ਰਿਕਵਰੀ ਦੇ, ਗ੍ਰਿਫਤਾਰੀ ਦੇ, FIR ਦਰਜ ਕਰਨ ਦੇ। ਹਾਂਜੀ, ਇਹ ਪਹਿਲੋਂ ਉਹਦੇ ਕੋਲ ਅਧਿਕਾਰ ਹੈ ਨਹੀਂ ਸੀਗੇ। ਔਰ ਜਿਹੜੀ ਕੇਂਦਰ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਹੈ, ਜਾਂ ਜਿਸ ਤਰ੍ਹਾਂ ਕਾਂਗਰਸੀ MP ਗੁਰਜੀਤ ਔਜਲਾ ਵੱਲੋਂ ਦਾਅਵਾ ਕੀਤਾ ਗਿਆ ਕਿ ਇਹਦਾ ਬੜਾ ਫਾਇਦਾ ਹੋਏਗਾ। ਦੇਖੋ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਬਾਰਡਰ ਦੇ ਉੱਤੇ ਜਿੱਥੇ ਤਾਇਨਾਤ ਨੇ, ਜਿੱਥੇ BSF ਤੈਨਾਤ ਹੈ, ਜਿਨ੍ਹਾਂ ਨੇ ਸਰਹੱਦ ਦੀ ਸੁਰੱਖਿਆ ਕਰਨੀ ਹੈ, ਰੱਖਿਆ ਕਰਨੀ ਹੈ, ਦੁਸ਼ਮਣ ਨੂੰ ਰੋਕਣਾ, ਮਾੜੇ ਐਲੀਮੈਂਟ ਨੂੰ ਰੋਕਣਾ ਹੈ, ਭੈੜੇ ਅਨਸਰਾਂ ਨੂੰ ਰੋਕਣਾ ਹੈ, ਉਹਨਾਂ ਦੀਆਂ ਕਾਰਵਾਈਆਂ ਨੂੰ ਰੋਕਣਾ, ਉੱਥੇ ਤਾਂ ਫੇਲ ਹੈ। ਉੱਥੇ ਕੁਝ ਹੋ ਨਹੀਂ ਰਿਹਾ। ਜੇ ਡਰੱਗ ਆ ਰਹੀ ਹੈ ਤੇ ਤਾਰਾਂ ਤੋਂ ਪਾਰ ਥਣੀ ਆ ਰਹੀ ਹੈ, ਜੇ ਡਰੋਨ ਆ ਰਿਹਾ ਤੇ ਤਾਰਾਂ ਦੇ ਉੱਤੋਂ ਦੀ ਆ ਰਿਹਾ ਹੈ, ਉੱਥੇ ਤੁਸੀਂ ਰੋਕ ਨਹੀਂ ਰਹੇ। ਤੇ ਕਹਿੰਦੇ 15 ਕਿਲੋਮੀਟਰ, 20 ਕਿਲੋਮੀਟਰ, 50 ਕਿਲੋਮੀਟਰ ਤੇ ਜਾ ਕੇ ਫੜਾਂਗੇ। ਇਹ ਕਿਹੜਾ ਲੌਜਿਕ ਹੋਇਆ? ਔਰ ਦੂਸਰੀ ਗੱਲ ਜਿਹੜੀ ਹੈ BSF, ਦੇਖੋ BSF ਕੇ ਅਜਿਹੀ ਇਹ ਫੋਰਸ ਹੈ, ਸਾਡੀ ਬੜੀ ਵਧੀਆ ਫੋਰਸ ਹੈ, ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਦਾ, ਔਰ ਬਹੁਤ ਵਧੀਆ ਕੰਮ ਵੀ ਕਰਦੇ ਨੇ। ਪਰ BSF ਜਿਹੜੀ ਆ ਇਹ ਦੁਸ਼ਮਣ ਨੂੰ ਡੀਲ ਕਰਦੀ ਹੈ, ਪਬਲਿਕ ਨੂੰ ਡੀਲ ਨਹੀਂ ਕਰਦੀ। ਇਹਦੀ ਪਬਲਿਕ ਡੀਲਿੰਗ ਹੈ ਨਹੀਂ ਗੀ। ਪੰਜਾਬ ਪੁਲਿਸ ਦੇ ਉੱਤੇ ਕਈ ਸਵਾਲ ਉੱਠਦੇ ਨੇ ਕਿ ਇਹਨਾਂ ਦੀ ਪਬਲਿਕ ਡੀਲਿੰਗ ਮਾੜੀ ਹੁੰਦੀ ਹੈ, ਅਜੇ ਕਿ ਪਬਲਿਕ ਡੀਲਿੰਗ ਹੁੰਦੀ ਇਹਨਾਂ ਦੀ। ਪਰ BSF ਦੀ ਜਿਸ ਤਰ੍ਹਾਂ ਦੀ ਡੀਲਿੰਗ ਹੁੰਦੀ, ਕਿਤੇ ਸਰਹੱਦੀ ਕਿਸਾਨਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਅੰਗਰੇਜ਼ ਚੰਗੇ ਸੀ, ਅੰਗਰੇਜ਼ ਚੰਗੇ ਸੀ ਸਾਨੂੰ, ਜਿਸ ਤਰ੍ਹਾਂ ਦੀ ਸਾਨੂੰ ਜਲਾਦ ਜਿਹੜੀ ਹੈ BSF ਦੀ ਝੱਲਣੀ ਪੈਂਦੀ ਹੈ। ਔਰ ਕਈ ਵਾਰ ਹਰਪ੍ਰੀਤ ਜੀ ਇਸ ਤਰ੍ਹਾਂ ਦਾ ਹੁੰਦਾ ਆ ਜੀ ਕਿ ਕਈ ਬਟਾਲੀਅਨਾਂ ਜੰਮੂ ਕਸ਼ਮੀਰ ਤੋਂ ਤਬਦੀਲ ਹੋ ਕੇ ਆਉਂਦੀਆਂ ਨੇ। ਜੰਮੂ ਕਸ਼ਮੀਰ ਪਤਾ ਹੀ ਨਹੀਂ ਇੱਧਰ ਦਾ, ਉਹਨਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ, ਉਹਨਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਹਰ ਬੰਦਾ ਦੁਸ਼ਮਣ ਦੇਖਦਾ ਹੈ। ਅੱਛਾ ਬਲਟੋਆ ਸਾਹਿਬ, ਛੋਟਾ ਜਿਹਾ ਸਵਾਲ ਤੁਹਾਡੇ ਤੋਂ ਪੁੱਛ ਲਵਾਂ, ਤੁਹਾਨੂੰ ਜ਼ਿਆਦਾ ਪਤਾ ਬਾਰਡਰ ਏਰੀਆ ਦੇ ਵਿੱਚ ਰਹਿੰਦੇ ਹੋ, ਕਦੇ ਇਹ ਵੀ ਰੌਲਾ ਪੈਂਦਾ ਕਿ ਜੁਡੀਸ਼ੀਅਲ ਦਾ ਵੀ ਰੌਲਾ ਪੈ ਜਾਂਦਾ? ਸਾਡੇ ਕੋਲ ਬੜੇ ਸਾਰੇ ਕੇਸਿਸ ਆਉਂਦੇ ਆ, ਅਸੀਂ ਪੁਲਿਸ ਦੀ ਬਾਈਟ ਜਦੋਂ ਲੈਣ ਜਾਂਦੇ ਆ, ਉਹ ਕਹਿੰਦੇ ਜੀ ਇਹ ਤਾਂ ਏਰੀਆ BSF ਦੇ ਅੰਡਰ ਆਉਂਦਾ ਜੀ, ਉਹਨਾਂ ਤੋਂ ਜਾ ਕੇ ਪੁੱਛੋ, ਉਹ ਦੱਸਣਗੇ। ਜੇ 50 ਕਿਲੋਮੀਟਰ ਦਾ ਏਰੀਆ ਕਰ ਦਿੰਦੇ ਆ, ਅੰਮ੍ਰਿਤਸਰ ਤੱਕ ਜੇ ਪਹੁੰਚ ਕਰ ਜਾਂਦੀ ਹੈ, ਫਿਰ ਪੰਜਾਬ ਪੁਲਿਸ ਵੀ ਪਾਵਰਲੈਸ ਹੋ ਜਾਏਗੀ? ਨਹੀਂ, ਤਾਂ ਕੁਦਰਤੀ ਹੈ ਜੀ, ਇਹ ਤਾਂ ਕੁਦਰਤੀ ਹੈ। ਜਿਸ ਤਰ੍ਹਾਂ ਦਾ ਇਹ ਤਾਂ ਸਿੱਧੀ ਜਿਹੜੀ ਹੈ, ਇੱਕ ਬੰਨੇ ਸਾਡੀ ਜਿਹੜੀ ਲੈਂਡ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੀ ਏਜੰਸੀ ਹੈ ਪੁਲਿਸ, ਤੇ ਦੂਜੇ ਬੰਨੇ ਬਰਾਬਰ ਤੇ ਅਧਿਕਾਰ ਦੇ ਕੇ ਤੁਸੀਂ BSF ਨੂੰ ਤੋੜ ਦਿਓਗੇ। ਇਹ ਲੈਂਡ ਆਰਡਰ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਔਰ ਬੜੀ ਇੱਕ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਅਜਿਹੀ ਪੈਦਾ ਹੋਏਗੀ ਜਿਹੜੀ ਬੜੀ ਖਤਰਨਾਕ ਹੋਏਗੀ।
ਔਰ ਇਹਦੀ ਪਤਾ ਨਹੀਂ ਮਨਸ਼ਾ ਕੀ ਹੈ, ਅਜਿਹਾ ਕਰਨ ਦੇ ਪਿੱਛੇ ਮਨਸ਼ਾ ਕੀ ਹੈ, ਮਨਸ਼ਾ ਨਹੀਂ ਸਪਸ਼ਟ ਹੋ ਰਹੀ। ਪਰ ਮੇਰੇ ਵਰਗਿਆਂ ਨੂੰ ਮਾੜਾ ਮੋਟਾ ਇਹਦੇ ਤੋਂ ਜਿਹੜਾ ਖਦਸ਼ਾ ਜਿਹੜਾ ਆ ਉਹ ਬੜਾ ਖਤਰਨਾਕ ਨਜ਼ਰ ਆਉਂਦਾ ਹੈ ਕਿ ਇਹ ਕੋਈ ਖਤਰਨਾਕ ਮਨਸੂਬੇ ਧਾਰ ਕੇ ਇਹ ਜਿਹੜਾ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ। ਜੇ ਅਸਾਮ ਨੂੰ ਜਾਂ ਵੈਸਟ ਬੰਗਾਲ ਨੂੰ ਵੀ ਅਜਿਹਾ ਹੁਕਮ ਕੀਤਾ ਗਿਆ, ਉਹ ਕੇਵਲ ਪੰਜਾਬ ਦੇ ਜਿਹੜੇ ਫੈਸਲਾ ਕੀਤਾ ਕਿ ਉਹ ਕਵਰ ਅਪ ਕਰਨ ਵਾਸਤੇ, ਕਿ ਕੱਲਾ ਪੰਜਾਬ ਨਹੀਂ, ਅਸੀਂ ਤਾਂ ਵੈਸਟ ਬੰਗਾਲ ਵੀ ਕੀਤਾ, ਅਸੀਂ ਅਸਾਮ ਵੀ ਕੀਤਾ ਆ, ਕਿਉਂਕਿ ਉੱਥੇ ਤਾਂ ਕੋਈ ਮੇਰਾ ਖਿਆਲ ਕੋਈ ਐਡੀ ਸਮੱਸਿਆ ਹੀ ਹੈ ਨਹੀਂ। ਪੰਜਾਬ ਜਿਹੜੀ ਆ ਜਿੱਥੇ ਅੱਗੇ ਹੀ ਲਾਵਾ ਫੁੱਟਿਆ ਪਿਆ, ਜਿੱਥੇ ਲੋਕ ਅੱਗੇ ਹੀ ਕੇਂਦਰ ਦੀਆਂ ਨੀਤੀਆਂ ਤੋਂ ਧਾਹਾਂ ਮਾਰਨ ਰਹੇ ਨੇ, ਤੁਸੀਂ ਉੱਥੇ ਇੱਕ ਤਰ੍ਹਾਂ ਦੀ ਰਿਜ਼ੈਂਟਮੈਂਟ ਪੈਦਾ ਕਰ ਰਹੇ ਜੇ, ਇੱਕ ਰੋਹ ਪੈਦਾ ਕਰ ਰਹੇ ਜੇ, ਇੱਕ ਗੁੱਸਾ ਪੈਦਾ ਕਰ ਰਹੇ ਜੇ। ਮੈਂ ਇਹੀ ਸਵਾਲ ਪੁੱਛਣ ਲੱਗਾ ਸੀ ਜਬੰਤ ਸਿੰਘ BSF ਤੇ ਵੱਧ ਇਹੀ ਸਵਾਲ ਪੁੱਛਣ ਲੱਗਾ ਸੀਗਾ ਮੈਂ। 1 ਮਿੰਟ ਆਇਆ ਬਾਲੀ ਸਾਹਿਬ ਤੋਂ ਇੱਕ ਛੋਟਾ ਜਿਹਾ ਸਵਾਲ ਲਵਾਂ, ਫਿਰ ਜਬੰਤ ਸਿੰਘ ਹੋਰਾਂ ਕੋਲ ਵੇਚ ਲਾਂਗੇ। ਬਾਲੀ ਸਾਹਿਬ, ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਸਰਕਾਰ ਅੱਗੇ ਕਰੇਗੀ ਕੀ, ਕਿਉਂਕਿ ਇੱਕ ਵਾਰ ਤਾਂ ਤੁਸੀਂ ਘੇਰੇ ਦੇ ਵਿੱਚ ਆ ਗਏ, ਤੁਹਾਡੇ ਆਪਣੇ ਹੀ ਮੈਂਬਰਾਂ ਨੇ ਘੇਰੇ ਦੇ ਵਿੱਚ ਵੀ ਲੈ ਲਿਆ, ਔਰ ਇਹ ਪਤਾ ਨਹੀਂ ਇਤਫਾਕ ਨਾਲ ਹੋਇਆ ਕਿ ਚੰਨੀ ਸਾਹਿਬ ਮਿਲਣ ਜਾਂਦੇ ਨੇ ਤੇ ਕੁਝ ਦਿਨ ਬਾਅਦ ਹੀ ਇਹ ਸਾਰਾ ਕੁਝ ਹੋ ਜਾਂਦਾ। ਇਤਫਾਕ ਕਹਿ ਸਕਦੇ ਹਾਂ ਕਿ ਭਾਵੇਂ ਇਤਫਾਕ ਹੋਇਆ, ਪਰ ਇਹ ਵੀ ਹੋ ਸਕਦਾ ਹੈ ਕਿ ਇਸ ਗੱਲ ਦਾ ਫਾਇਦਾ ਚੁੱਕਿਆ ਗਿਆ ਕਿ ਚੰਨੀ ਸਾਹਿਬ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਨੇ ਤਾਂ ਇਹ ਥੋਪ ਦੋ, ਇਹਦਾ ਕੁਝ ਹਿੱਸਾ ਜਿਹੜਾ ਉਹ ਪੰਜਾਬ ਸਰਕਾਰ ਤੇ ਵੀ ਸ਼ਿਫਟ ਹੋ ਜਾਏਗਾ। ਹੁਣ ਅੱਗੇ ਕੀ ਹੋਏਗਾ? ਦੇਖੋ, ਗੱਲ ਇਹ ਹੈ ਕਿ ਮਨਸ਼ਾ ਤਾਂ ਮਾੜੀ ਹੋਈ ਹੈ, ਅਸੀਂ ਇਹ ਕਹਿ ਸਕਦੇ। ਤੁਸੀਂ ਇੱਕ ਵਰਡ ਕਿਹਾ ਹਰਪ੍ਰੀਤ ਜੀ ਕਿ ਜੇ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਨਹੀਂ ਸੰਭਾਲ ਸਕੇ, ਡਰੱਗਸ ਵੀ ਆ ਰਹੀਆਂ ਨੇ, ਡਰੋਨਸ ਵੀ ਨੇ, ਹਥਿਆਰ ਵੀ ਨੇ, ਸਭ ਚੀਜ਼ ਆ ਰਹੀ ਹੈ, ਤੇ ਕਿਆ 50 ਕਿਲੋਮੀਟਰ ਦੇ ਵਿੱਚ ਉਹਨੂੰ ਕੰਟਰੋਲ ਕਰ ਲੈਣਗੇ? ਇਹ ਬੜੀ ਸੋਚਣ ਔਰ ਵਿਚਾਰਨ ਵਾਲੀ ਗੱਲ ਹੈਗੀ ਹੈ। ਇਹ ਤੁਸੀਂ ਹੁਣੇ ਥੋੜੀ ਦੇਰ ਪਹਿਲੇ ਗਈ ਹੈ, ਮੇਰੇ ਜ਼ਿਹਨ ਚ ਆਈ ਹੈ। ਬਿਲਕੁਲ ਗੱਲ ਤੁਹਾਡੀ ਸਹੀ ਹੈ ਵੀ ਇਹਨਾਂ ਨੂੰ ਆਪਾਂ 50 ਕਿਲੋਮੀਟਰ ਕਰ ਦਈਏ, ਤੇ 50 ਕਿਲੋਮੀਟਰ ਚ ਕੀ ਹੋਏਗਾ ਜੀ? ਆ ਆਪਣੇ ਤੁਹਾਡੇ ਸਾਹਮਣੇ ਹੀ ਹੈ। ਮਨਸ਼ਾ ਮਾੜੀ ਹੈ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤੇ ਹੋਰ ਵੀ ਯੂਜ਼ ਕੀਤਾ ਜਾਵੇ, ਜੋ ਸਾਨੂੰ ਸਮਝ ਚ ਆ ਰਿਹਾ। ਸਾਡੀ ਸਰਕਾਰ, ਸਾਡੀ ਪਾਰਟੀ ਜਿਹੜੀ ਆ ਉਹ ਜ਼ਬਰਦਸਤ ਤਰੀਕੇ ਨਾਲ ਇਸ ਚੀਜ਼ ਦਾ ਵਿਰੋਧ ਕਰਦੀ ਹੈ, ਔਰ ਅਸੀਂ ਬਿਲਕੁਲ ਸੜਕਾਂ ਤੇ ਆਵਾਂਗੇ ਇਸ ਗੱਲ ਦੇ ਵਾਸਤੇ ਕਿ ਸਾਡੇ ਪੰਜਾਬ ਨੂੰ ਇੰਨਾ ਜ਼ਬਰਦਸਤ ਤਰੀਕੇ ਦੇ ਨਾਲ ਜਕੜਿਆ ਨਾ ਜਾਵੇ। ਸੈਂਟਰ ਦੀ ਜਿਹੜਾ ਮਨਸੂਬਾ ਹੈਗਾ ਉਹ ਸਹੀ ਨਹੀਂ ਹੈਗਾ। ਅਗਰ ਮੁੱਖ ਮੰਤਰੀ ਜੀ ਦਾ, ਅਗਰ ਗ੍ਰਹਿ ਮੰਤਰੀ ਨੂੰ ਮਿਲਣਾ, ਇਹ ਕੋਈ ਨਹੀਂ ਹੁੰਦਾ ਕਿ ਸਾਰੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨੂੰ ਜਾ ਕੇ ਮੁੱਖ ਮੰਤਰੀ ਮਿਲਦੇ ਨੇ। ਉਹਦੀ ਮਨਸ਼ਾ ਪਿੱਛੇ ਮਾੜੀ ਕਰ ਲੈਣੀ, ਇਹ ਉਹਨਾਂ ਦਾ ਜਿਹੜਾ ਮਨਸੂਬਾ ਹੈ ਉਹ ਗਲਤ ਹੈ ਸੈਂਟਰ ਦਾ। ਸਾਡੇ ਨਾਲ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੁਸੀਂ ਹਮੇਸ਼ਾ ਦਿਖਾਉਂਦੇ ਰਹੇ ਹੋ, ਮੀਡੀਆ ਹਮੇਸ਼ਾ ਵਿਤਕਰਾ ਸਾਡੇ ਨਾਲ ਵੈਸੇ ਹੋ ਰਿਹਾ ਆ। ਸਾਡੇ ਉੱਤੇ ਹੋਰ ਹੀ ਕਿਹੋ ਜਿਹੀ ਗੱਲ ਇਹਨਾਂ ਨੇ ਕਰ ਦਿੱਤੀ ਹੈਗੀ ਹੈ। ਕੈਲੋ ਸਾਹਿਬ ਨੇ ਵੀ ਕਹੀ ਹੈ, ਔਰ ਪਾਰਟੀ ਦੇ ਨੁਮਾਇੰਦੇ ਵੀ ਲੋਕ ਕਹਿ ਰਹੇ ਨੇ, ਤੁਸੀਂ ਵੀ ਇਸ ਚੀਜ਼ ਨੂੰ ਕਹਿ ਰਹੇ ਹੋ। ਬਿਲਕੁਲ ਪੰਜਾਬ ਦੇ ਨਾਲ ਜਿਹੜਾ ਹੈਗਾ ਉਹ ਵਿਤਕਰਾ ਹੋ ਰਿਹਾ, ਉਹ ਡੇ ਬਾਈ ਡੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਹੋਏਗਾ। ਸਾਡੇ ਮੁੱਖ ਮੰਤਰੀ ਵੀ, ਸਾਡੇ ਸਾਰੇ ਪਾਰਟੀ ਦੇ ਲੋਕ ਵੀ, ਅਸੀਂ ਡਟ ਕੇ ਦਾ ਮੁਕਾਬਲਾ ਕਰਾਂਗੇ ਔਰ ਅਸੀਂ ਸੜਕਾਂ ਤੇ ਆਵਾਂਗੇ। ਇਹੋ ਜਿਹੀ ਗੱਲ ਨਾ ਕੀਤੀ ਜਾਵੇ। ਜੈਵੰਤ ਸਿੰਘ ਜੀ, ਕਈ ਵਾਰੀ ਇਹ ਨਹੀਂ ਹੁੰਦਾ ਕਿ ਤੁਹਾਨੂੰ ਹਾਲਾਤ ਵੀ ਦੇਖਣੇ ਚਾਹੀਦੇ ਨੇ। ਹੋ ਸਕਦਾ ਤੁਹਾਡਾ ਤਕਨੀਕੀ ਫੈਸਲਾ ਹੋਵੇ, ਟੈਕਨੀਕਲੀ ਫੈਸਲਾ ਹੋਵੇ, ਇਹ ਲੈਣਾ ਹੀ ਪਿਆ ਹੋਵੇ, ਪਰ ਘੱਟੋ ਘੱਟ ਸਟੇਟ ਦੀ ਅੰਦਰੂਨੀ ਸਿਚੁਏਸ਼ਨ ਤਾਂ ਸਮਝਣੀ ਚਾਹੀਦੀ ਹੈ। ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਮੇਜਰ ਏਰੀਆ ਜਿਹੜਾ ਕਿਸਾਨੀ ਦਾ ਹੈਗਾ, ਔਰ ਕਿਸਾਨਾਂ ਦਾ ਸੈਂਟਰ ਗਵਰਨਮੈਂਟ ਦੇ ਪ੍ਰਤੀ ਇੱਕ ਗੁੱਸਾ ਹੈਗਾ। ਉਸ ਸਾਰੇ ਗੁੱਸੇ ਦੌਰਾਨ, ਉਸ ਚੱਲਦੇ ਅੰਦੋਲਨ ਦੇ ਵਿੱਚ ਜਦੋਂ ਤੁਸੀਂ ਇੱਕ ਹੋਰ ਅਜਿਹਾ ਫੈਸਲਾ ਲੈ ਲੈਂਦੇ ਹੋ ਜਿਹਦਾ ਤੁਹਾਨੂੰ ਪਤਾ ਹੈ ਕਿ ਰਿਜ਼ੈਂਟਮੈਂਟ ਹੋਣੀ ਹੈ, ਤਾਂ ਜ਼ਰੂਰੀ ਸੀ ਇਹ ਟਾਈਮਿੰਗ। ਲੋਕੀ ਜਿਹੜੇ ਨੇ ਉਹ ਟਾਈਮਿੰਗ ਨੂੰ ਦੇਖ ਰਹੇ ਨੇ ਕਿ ਇਹ ਪਹਿਲਾਂ ਖੇਤੀ ਕਾਨੂੰਨ ਲਿਆਂਦੇ ਗਏ, ਜਦੋਂ ਉਹ ਸਰਕਾਰ ਨਹੀਂ ਹੋਏ ਤਾਂ ਆਹ ਫੈਸਲਾ ਕਰ ਲਿਆ ਗਿਆ। ਮੈਂ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ, ਮੈਂ ਟਾਈਮਿੰਗ ਦੀ ਗੱਲ ਕਰ ਰਿਹਾ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਅਨਫੋਰਚੂਨੇਟਲੀ ਜਦੋਂ ਇੱਥੇ ਇਹ ਚੱਲ ਰਹੀ ਹੈ, ਐਜੀਟੇਸ਼ਨ ਚੱਲ ਰਹੀ ਹੈ, ਮੈਂ ਤਾਂ ਹਮੇਸ਼ਾ ਕਹਿੰਦਾ ਕਿ ਇਹ ਬੜੀ ਜੈਨੂਇਨ ਐਜੀਟੇਸ਼ਨ ਹੈ ਤੇ ਸਾਰਿਆਂ ਦੀ ਐਸਪੀਰੇਸ਼ਨਸ ਨੂੰ ਜਲਦੀ ਤੋਂ ਜਲਦੀ ਮੀਟ ਕਰਨਾ ਚਾਹੀਦਾ, ਜਿਹਦੇ ਵਾਸਤੇ ਫਾਰਮ ਲੀਡਰਸ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਸੈਂਟਰ ਦੇ ਵਿੱਚ। ਮੈਂ ਅੱਜ ਤੱਕ ਇਹ ਕਦੀ ਨਹੀਂ ਕਿਹਾ ਕਿ ਇਹ ਜੈਨੂਇਨ ਨਹੀਂ ਹੈ ਐਜੀਟੇਸ਼ਨ, ਪਰ ਐਜੀਟੇਸ਼ਨ ਇੱਕ ਹਿੱਸਾ ਹੈ, ਨੈਸ਼ਨਲ ਸਿਕਿਉਰਿਟੀ ਦੂਸਰਾ ਹਿੱਸਾ ਹੈ। ਇਹ ਪੂਰੇ ਦੇਸ਼ ਨੂੰ ਦੇਖ ਕੇ ਇਹ ਡਿਸੀਜਨ ਲਈ ਗਈ ਹੈ, ਤੇ ਜਿੱਦਾਂ ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਇਹ ਡਿਸੀਜਨ ਲੈਣ ਤੋਂ ਪਹਿਲੇ ਪਤਾ ਨਹੀਂ ਕਿੰਨੀ ਦੇਰ ਤੋਂ ਇਹਦੇ ਉੱਤੇ ਸਟੱਡੀ ਗਰੁੱਪਸ ਬੈਠੇ ਹੋਣਗੇ, ਕਿੰਨੀਆਂ ਇਹਦੀਆਂ ਐਪਲੀਕੇਸ਼ਨਸ ਹੋਈਆਂ ਹੋਣਗੀਆਂ, ਤੇ ਹੁਣ ਇੱਕ ਜਿਹੜੀ ਡਿਸੀਜਨ ਹੈ ਉਹ ਇੱਕ ਸੂਬੇ ਦੇ ਵਿੱਚ ਨਾ ਲਗਾਓ ਤੇ ਦੂਜੇ ਸੂਬੇ 'ਚ ਲਗਾ ਦਿਓ, ਇਹ ਤੇ ਹੋ ਨਹੀਂ ਸਕਦਾ। ਜਿਹੜੀਆਂ ਸਿਕਿਉਰਿਟੀ ਦੀਆਂ ਡਿਸੀਜਨਸ ਨੇ ਉਹ ਅਕ੍ਰੋਸ ਦ ਬੋਰਡ ਹੁੰਦੀਆਂ ਨੇ, ਤੇ ਇਹ ਅਕ੍ਰੋਸ ਦ ਬੋਰਡ ਨੇ। ਇਹ 50 ਕਿਲੋਮੀਟਰ ਦਾ ਏਰੀਆ ਪਹਿਲੇ ਰਾਜਸਥਾਨ 'ਚ ਪਹਿਲੇ ਹੀ ਸੀਗਾ, ਉਹ ਚੱਲੀ ਜਾ ਰਹੇ ਸੀਗੇ। ਗੁਜਰਾਤ ਦੇ ਵਿੱਚ 80 ਸੀਗਾ, ਉਹਨੂੰ 80 ਤੋਂ 50 ਕਰ ਦਿੱਤਾ, ਸੋ ਦੈਟ ਰੈਸ਼ਨਲਾਈਜੇਸ਼ਨ ਇਜ਼ ਦੇਅਰ, ਤੇ ਸਾਡਾ ਐਕਸਟੈਂਡ ਕਰ ਦਿੱਤਾ। ਦੂਸਰੀ ਗੱਲ ਇਹ ਕਹਿਣਾ ਕਿ ਤੁਸੀਂ ਮੈਨੂੰ ਕਿਹਾ ਸੀਗਾ ਕਿ ਫੇਲੀਅਰ ਹੋ ਰਿਹਾ ਹੈ BSF ਦਾ ਅੱਗੇ। ਹਰਪ੍ਰੀਤ ਜੀ, ਜਿੰਨੇ ਡਰੋਨਸ BSF ਨੇ ਵਾਪਸ ਭੇਜੇ ਨੇ, ਤੇ ਜਿੰਨੇ ਡਰੋਨਸ BSF ਨੇ ਗਿਰਾਏ ਨੇ, ਤੇ ਜਿੰਨਾ ਉਹਨਾਂ ਨੇ ਸਮਗਲਿੰਗ ਰੋਕੀ ਹੈ,
ਅਗਰ ਉਹ ਨਾ ਹੁੰਦੀ ਉੱਥੇ ਤੇ ਹੁਣ ਤੱਕ ਸਾਡਾ ਜਿਹੜਾ ਪੰਜਾਬ ਦਾ ਨਕਸ਼ਾ ਹੀ ਬਦਲ ਦੇਣਾ ਸੀਗਾ। ਤੁਹਾਨੂੰ ਪੂਰੀ ਤਰ੍ਹਾਂ ਦਾ ਪਤਾ ਹੈ ਕਿ ਪਾਕਿਸਤਾਨ ਕਿੰਨਾ ਡਿਟਰਮਿੰਡ ਹੈ ਸਾਡੇ ਇੱਥੇ ਡਿਸਰਪਸ਼ਨ ਤੇ ਡਿਵਾਈਸਿਵਨੈਸ ਲਿਆਉਣ ਵਾਸਤੇ। ਸੋ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਨਾ ਹੀ ਜ਼ਿਆਦਾ ਬੋਲੀਏ ਤੇ ਬਹੁਤ ਚੰਗੀ ਜਵੰਤ ਸਿੰਘ ਜੀ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਆਪਣੀਆਂ ਡਿਸੀਜਨ ਲੈਣ ਦੇਈਏ, ਅਸੀਂ ਨਾ ਇੰਟਰਫੇਅਰ ਕਰੀਏ। ਜਵੰਤ ਸਿੰਘ ਜੀ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਹਿਜੇ ਸਮਝਦੇ ਹੋ, ਪੰਜਾਬ ਦੀਆਂ ਭਾਵਨਾਵਾਂ ਨੂੰ ਤੁਸੀਂ ਬਹੁਤ ਬਿਹਤਰੀਨ ਤਰੀਕੇ ਨਾਲ ਸਮਝਦੇ ਹੋਵੋਗੇ, ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਅੰਦਰ ਹੌਲੀ-ਹੌਲੀ ਸੈਂਟਰ ਗਵਰਨਮੈਂਟ ਦੇ ਪ੍ਰਤੀ ਬੇਭਰੋਸਗੀ ਵੱਧ ਰਹੀ ਹੈ ਔਰ ਇਹ ਦੂਜੇ ਫੈਸਲੇ ਤੋਂ ਬਾਅਦ ਹੋਰ ਬੇਭਰੋਸਗੀ ਵਧੇਗੀ? ਪਹਿਲਾਂ ਇੱਕ ਫੈਸਲਾ ਕਿਸਾਨੀ ਅੰਦੋਲਨ ਹੋਇਆ, ਉਸ ਤੋਂ ਬਾਅਦ ਬੇਭਰੋਸਗੀ ਆਈ। ਇਹ ਅਸੀਂ ਸੂਬੇ ਦੀ ਅੰਦਰੂਨੀ ਸੁਰੱਖਿਆ, ਅੰਦਰੂਨੀ ਸੁਖ ਸ਼ਾਂਤੀ, ਇਹ ਤੁਹਾਨੂੰ ਲੱਗ ਨਹੀਂ ਰਿਹਾ ਕਿ ਇਹ ਖਰਾਬ ਹੁੰਦੀ ਜਾ ਰਹੀ ਹੌਲੀ-ਹੌਲੀ? ਇਹ ਚੀਜ਼ਾਂ ਨਹੀਂ ਸਰਕਾਰਾਂ ਸੋਚਦੀਆਂ ਹੁੰਦੀਆਂ? ਦੇਖੋ, ਬਿਲਕੁਲ ਵੀ ਆਰ ਵੈਰੀ ਵਰਿਡ। ਸਾਨੂੰ ਕੋਈ ਨਾ ਕੋਈ ਤਰੀਕਾ ਲੈਣਾ ਪਏਗਾ ਰੀਚ ਆਊਟ ਕਰਨ ਵਾਸਤੇ, ਪਰ ਉਹ ਤਰੀਕਾ ਇਹ ਨਹੀਂ ਹੈ ਕਿ ਅਸੀਂ ਨੈਸ਼ਨਲ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕਰਕੇ ਤੇ ਰੀਚ ਆਊਟ ਕਰੀਏ। ਮੈਂ ਤੁਹਾਡੀ ਗੱਲ ਮੰਨਣਾ ਕਿ ਹਾਂ, ਸੈਂਟਰ ਨੂੰ ਰੀਚ ਆਊਟ ਕਰਨਾ ਜ਼ਰੂਰੀ ਹੈ ਲੋਕਾਂ ਦੇ ਨਾਲ। ਮੈਂ ਇਹ ਵੀ ਮੰਨਣਾ ਕਿ ਲੋਕਾਂ ਨੂੰ ਗੁੱਸਾ ਹੈਗਾ, ਉਹਨੂੰ ਗੁੱਸੇ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਕੋਈ ਇਨੋਵੇਟਿਵ ਤੇ ਕੋਈ ਆਊਟ ਆਫ ਦ ਬਾਕਸ ਆਈਡੀਆਜ਼ ਬਹੁਤ ਜ਼ਰੂਰੀ ਨੇ। ਤੇ ਇਸ ਵੇਲੇ ਤੇ ਇਹੋ ਹੀ ਹੈ ਕਿ ਓਪਨ ਇਨਵੀਟੇਸ਼ਨ ਹੈਗਾ ਫਾਰਮ ਲੀਡਰਸ ਨੂੰ ਕਿ ਆ ਕੇ ਟੇਬਲ ਤੇ ਬੈਠੋ, ਇੱਕ ਵਾਰ ਬਹਿ ਤੇ ਜਾਣ, ਕਿਸੇ ਗੱਲ ਤੇ ਸੁਣਨਾ, ਉਹਦੇ ਬਾਅਦ ਨਾ ਮੰਨਣ, ਸ਼ਾਇਦ ਕਿਤੇ ਨਾ ਕਿਤੇ ਕੋਈ ਸੋਲੂਸ਼ਨ ਨਿਕਲ ਜਾਏ। ਚਲੋ ਆਪਾਂ ਉਸ ਤੇ ਵੀ ਚਰਚਾ ਫਿਰ ਕਦੇ ਕਰਾਂਗੇ, ਸੋਲੂਸ਼ਨ ਕਿੱਦਾਂ ਨਿਕਲੇ, ਚਰਚਾ ਫਿਰ ਉਸ ਤੇ ਕਰਾਂਗੇ। ਕਾਲੋ ਸਾਹਿਬ 30 ਸੈਕਿੰਡ ਨੇ ਆਪਣੇ ਕੋਲ। ਹੁਣ ਇਸ ਪੂਰੇ ਮੁੱਦੇ ਦੇ ਉੱਤੇ ਖਾਸ ਤੌਰ ਤੇ ਬਾਰਡਰ ਬੈਲਟ ਤੇ ਰਹਿਣ ਵਾਲੇ ਲੋਕਾਂ ਦੇ ਵਿੱਚ ਬੜਾ ਭੰਬਲ ਭੂਸਾ ਹੈ, ਬੜਾ ਡਰ ਵੀ ਹੈਗਾ ਵੀ ਇਹ ਹੁਣ ਕੀ ਹੋਣ ਜਾ ਰਿਹਾ। ਹੁਣ ਤੁਹਾਨੂੰ ਲੱਗਦਾ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਨੂੰ ਚੱਕਣਾ ਚਾਹੀਦਾ ਹੈ ਔਰ ਇਸ ਨੂੰ ਗੰਭੀਰਤਾ ਨਾਲ ਦੇਖਣਾ ਚਾਹੀਦਾ ਹੈ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ 'ਚ ਇੱਕ ਵਾਰ ਆਹਤ ਹੋ ਗਈਆਂ, ਜੇ ਲੋਕਾਂ ਦੇ ਮਨਾਂ ਦੇ ਅੰਦਰ ਬੇਭਰੋਸਗੀ ਦੀ ਭਾਵਨਾ BSF ਦੇ ਪ੍ਰਤੀ ਜ਼ਿਆਦਾ ਹੋਗੀ, ਫਿਰ ਸੰਭਾਲਣਾ ਬੜਾ ਮੁਸ਼ਕਲ ਹੋ ਜਾਏਗਾ। ਬਿਲਕੁਲ ਹਰਪ੍ਰੀਤ ਜੀ, ਤੁਸੀਂ ਠੀਕ ਕਿਹਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਇਸ ਵੇਲੇ ਔਰ ਜੋ ਏਰੀਆ ਪ੍ਰਭਾਵਿਤ ਉਸ ਅਸੀਂ ਰਾਜਸਥਾਨ ਜਾਂ ਉਹਨੂੰ ਗੁਜਰਾਤ ਨਾਲ ਕੰਪੇਅਰ ਨਹੀਂ ਕਰ ਸਕਦੇ। ਇੱਥੇ ਲੋਕੀ ਪ੍ਰਭਾਵਿਤ ਹੋ ਰਹੇ ਨੇ, ਜਨਤਾ ਜਿਹੜੀ ਹੈ ਬਹੁਤ ਗੰਭੀਰ ਤੌਰ ਤੇ ਪ੍ਰਭਾਵਿਤ ਹੈ ਔਰ ਆਬਾਦੀ ਬੜੀ ਹੈ, ਉਹ ਸਾਰੀ ਦਾਰੋਮਦਾਰ ਔਰ ਇਹਦੇ ਨਾਲ ਇਕਨੋਮੀ ਵੀ ਇਫੈਕਟ ਹੋਵੇਗੀ। ਇਸ ਵਾਸਤੇ ਇਸ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਹੋਇਆਂ ਲੈਂਦਿਆਂ ਹੋਇਆਂ ਪਹਿਲਾਂ ਤੋਂ ਕੁਐਸਚਨ ਕਰਨਾ ਚਾਹੀਦਾ ਹੈ। ਇਸ ਕਿਸਮ ਦਾ ਇੰਟਰਨਲ ਸਿਕਿਉਰਿਟੀ ਨਾਲ ਜਿਹੜਾ ਜੁੜਿਆ ਮਸਲਾ ਹੈ, ਇਹ ਸਟੇਟ ਗਵਰਨਮੈਂਟ ਨੂੰ ਕਾਨਫੀਡੈਂਸ ਲੈ ਕੇ ਕੋਈ ਚੀਫ ਮਿਨਿਸਟਰਾਂ ਬੁਲਾ ਕੇ ਕੋਈ ਗੱਲਬਾਤ ਹੁੰਦੀ, ਕੋਈ ਫੈਸਲੇ ਲੈ ਜਾਂਦੇ ਤਾਂ ਫਿਰ ਜਾ ਕੇ ਹਾਲੇ ਲਾਗੂ ਨਹੀਂ ਹੋਇਆ, ਕਿਉਂਕਿ ਜੇ ਉਹਨਾਂ ਦੀ ਮਨਸ਼ਾ ਬੜੀ ਕਲੀਅਰ ਹੈ, ਕਿਉਂਕਿ ਸਾਡੀ ਜਿਹੜੀ ਉਹ ਜਨਤਾ ਉਹ ਪ੍ਰਭਾਵਿਤ ਹੋਏਗੀ। ਇਸ ਵਾਸਤੇ ਹੋਰ ਵਿਦਰੋਹ ਵਧੇਗਾ, ਇਹ 'ਚ ਕੋਈ ਸ਼ੱਕ ਨਹੀਂ। ਪਹਿਲੋਂ ਹੀ ਬੜੇ ਕਿਸਾਨ ਦੁਖੀ ਨੇ ਤੇ ਇਹਦੇ ਨਾਲ ਇਹ ਚੰਗਾ ਹੋਏਗਾ ਜੇਕਰ ਸੂਬਾ ਸਰਕਾਰਾਂ ਔਰ ਕੇਂਦਰ ਸਰਕਾਰ ਇਹ ਤੇ ਮੁੜ ਤੋਂ ਵਿਚਾਰ ਕਰੇ ਔਰ ਇਹਨੂੰ ਹਾਲੇ ਲਾਗੂ ਨਾ ਕੀਤਾ ਜਾਵੇ। ਪਹਿਲੋਂ BSF ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਨੇ, ਜਿਹੜੇ ਲੂਪ ਹੋਲ ਨੇ, ਭਾਵੇਂ ਉਹ ਪੈਟਰੋਲਿੰਗ ਦੇ ਵਿੱਚ ਹੈਗਾ, ਰਾਵੀ ਦਰਿਆ ਦੇ ਵਿੱਚ ਹੈਗਾ, ਜੋ ਵੀ ਹੈਗਾ ਉਹ ਪਹਿਲਾਂ ਕੀਤੇ ਜਾਣ। ਸਮਾਰਟ ਫੈਂਸਿੰਗ ਦੇ ਵਿੱਚ ਹੈਗਾ, ਸਰਚ ਲਾਈਟਾਂ ਹੈਗੀਆਂ ਨੇ, ਜਿਹੜੇ ਵੈਪਨ ਚਾਹੀਦੇ ਨੇ, ਜਿਹੜੇ ਡਰੋਨ ਨੂੰ ਰੋਕਣ ਵਾਸਤੇ, ਜਿਹੜੇ ਫਾਇਰ ਕਰਨ ਵਾਸਤੇ, ਉਹ ਤੇ ਲਿਆ ਕੇ ਦਿੰਦੇ ਨਹੀਂ। ਉਹ ਜਿਹੜੇ ਹਾਲੇ ਕੋਲ ਸਾਡੇ ਕੋਲ ਟੈਕਨੀਕ ਨਹੀਂ ਹੈਗੀ ਤੇ ਗੱਲਾਂ ਕਰਦੇ ਨੇ 50 ਕਿਲੋਮੀਟਰ ਪਿੱਛੇ ਜਾਣ ਦੀਆਂ, ਗੱਲਾਂ ਕਰਦੇ ਨੇ ਉਸ ਆਬਾਦੀ ਨੂੰ ਉੱਥੇ ਤੰਗ ਕਰਨ ਦੀਆਂ। ਇਹਦੇ ਨਾਲ ਪਿੱਛੇ ਜਾ ਕੇ ਕਿੱਥੇ ਛੁਪ ਜਾਣਗੇ? ਉਹ ਤਾਂ ਦੇਖੋ ਉੱਥੇ ਚੈੱਕ ਕਰਨਾ ਜ਼ਰੂਰੀ ਹੈ, ਉੱਥੇ ਉਹਨੂੰ ਠੇਲ ਪਾਣੀ ਜ਼ਰੂਰੀ ਹੈ। ਇਹ ਲੋਕ ਪ੍ਰਭਾਵਿਤ ਹੋਣਗੇ ਤੇ ਚੰਗੀ ਗੱਲ ਹੈ, ਲੋਕਾਂ ਦੇ ਹਿੱਤ ਵਿੱਚ ਫੈਸਲੇ ਲੈਂਦੀ ਹੈ ਸਰਕਾਰ ਤੇ ਉਹ ਲੋੜ ਹੈਗੀ ਹੈ ਕਿ ਲੋਕਾਂ ਦੇ ਹਿੱਤ ਵਿੱਚ ਫੈਸਲਾ ਲੈਂਦਿਆਂ ਹੋਇਆ ਇਸ ਨੂੰ ਲਾਗੂ ਜਿਹੜਾ ਹੁਣ ਉਹਨਾਂ ਨੇ ਫਰਮਾਨ ਕੀਤਾ 50 ਕਿਲੋਮੀਟਰ ਵਾਲਾ, BSF ਦੀ ਘਾਟ ਪਹਿਲਾਂ ਪੂਰੀ ਕਰਨ, ਬੜੀ ਘਾਟ ਹੈ ਤੇ ਫਿਰ ਇਹਨੂੰ ਲਾਗੂ ਕਰਨ ਮੈਂ ਸੋਚਣ, ਹਾਲੇ ਲਾਗੂ ਨਾ ਕਰਨ। ਔਰ ਸੂਬਾ ਸਰਕਾਰ ਦਾ ਇੱਥੇ ਫਰਜ਼ ਬਣਦਾ ਹੈ ਕਿ ਵਿਧਾਨ ਸਭਾ 'ਚ ਸਾਰੇ ਇਕੱਠੇ ਹੋ ਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹਦੀ ਆਵਾਜ਼ ਬੁਲੰਦ ਕਰਨ। ਭੁੱਲ ਜਾਣ ਕਿਸੇ ਨੇ ਜਾ ਕੇ ਉੱਥੇ ਮੀਟਿੰਗ 'ਚ ਕੀ ਕਿਹਾ, ਮੀਟਿੰਗਾਂ ਤੇ ਓਪਨ 'ਚ ਹੁੰਦੀਆਂ ਨੇ, ਉਹਦੇ ਮਿੰਟਸ ਜਾਰੀ ਹੁੰਦੇ ਨੇ। ਇੱਕ ਜਾ ਕੇ ਜੇ ਚੀਫ ਮਿਨਿਸਟਰ ਜਾਂ ਸਾਬਕਾ ਮੁੱਖ ਮੰਤਰੀ ਜਾ ਕੇ ਮਿਲਦਾ, ਉਹਦਾ ਕੋਈ ਅਸਰ ਨਹੀਂ, ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਹੁਣ ਇਹ ਮਸਲਾ ਬਹੁਤ ਗੰਭੀਰ ਬਣ ਗਿਆ, ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ ਉਹ ਬੜੇ ਚਿੰਤਾ ਦੇ ਵਿੱਚ ਨੇ ਕਿ ਹੁਣ ਕੀ ਹੋਣ ਜਾ ਰਿਹਾ, ਕੀ ਨਹੀਂ ਹੋਣ ਜਾ ਰਿਹਾ। ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਧਿਕਾਰ ਖੇਤਰਾਂ ਦੀ ਗੱਲ ਹੈ। ਪੰਜਾਬ ਸਰਕਾਰ ਕਹਿੰਦੀ ਹੈ ਨਾ ਸਾਡੇ ਨਾਲ ਸਲਾਹ ਕੀਤੀ ਗਈ, ਨਾ ਮਸ਼ਵਰਾ ਕੀਤਾ ਗਿਆ, ਇਹ ਫੈਸਲਾ ਸਾਡੇ ਤੇ ਥੋਪ ਦਿੱਤਾ ਗਿਆ। ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਹੀ ਨੁਮਾਇੰਦੇ, ਆਪਣੇ ਹੀ ਕਾਂਗਰਸ ਪਾਰਟੀ ਦੇ ਕੁਝ ਸੀਨੀਅਰ ਆਗੂ ਸਵਾਲ ਜ਼ਰੂਰ ਚੱਕ ਰਹੇ ਨੇ ਕਿ ਚੰਨੀ ਸਾਹਿਬ ਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਸੀ। ਚੰਨੀ ਸਾਹਿਬ ਜੋ ਕਹਿ ਕੇ ਨੇ, ਸ਼ਾਇਦ ਉਹ ਇਸ਼ਾਰਾ ਇਹੀ ਸੀਗਾ ਕਿ ਤੁਸੀਂ ਨਫਰੀ ਵਧਾ ਦਿਓ, 50 ਕਿਲੋਮੀਟਰ ਦਾ ਏਰੀਆ ਲੈ ਲਓ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।
प्रेजेंटेड बाय KEI वायर्स एंड केबल्स। हर टेंशन सहे चलती रहे।